ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਹਰ ਰੋਜ਼ ਗੁਰੂ ਕਿਰਪਾ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਆਏ ਵਿਸ਼ੇਸ਼ ਜੋ ਉਪਦੇਸ਼ ਹਨ, ਜੀਵਨ ਦੀਆਂ ਜੁਗਤੀਆਂ ਹਨ, ਉਹਨਾਂ ਦੀ ਵਿਚਾਰ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਅਕਾਲ ਪੁਰਖ ਦੀ ਸੇਵਾ ਵਿੱਚੋਂ ਹੋਣ ਵਾਲੀ ਪ੍ਰਾਪਤੀ ਉਹ ਤਿੰਨ ਪ੍ਰਕਾਰ ਦੀ ਹੈ। ਹਜ਼ੂਰ ਨੇ ਕਿਹਾ ਇਹ ਤਿੰਨੇ ਚੀਜ਼ਾਂ ਉਹਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਸਭ ਤੋਂ ਪਹਿਲਾ ਹੈ ਭੁਗਤ। ਭੁਗਤ ਦਾ ਮਤਲਬ ਸੰਸਾਰ ਦੇ ਪਦਾਰਥ, ਸੰਸਾਰ ਦੀ ਮਾਇਆ। ਜੁਗਤ ਦਾ ਮਤਲਬ ਹੈ ਉਸ ਮਾਇਆ ਨੂੰ ਵਰਤਣ ਦਾ ਤੌਰ ਤਰੀਕਾ। ਇਹ ਵੀ ਉਹਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਜਿਸ ਕੋਲ ਕੱਲੀ ਭੁਗਤ ਹੈ, ਜਿਸ ਕੋਲ ਕੱਲੀ ਮਾਇਆ ਹੈ ਤੇ ਜੁਗਤ ਨਹੀਂ, ਗੁਰੂ ਦੀ ਮੱਤ ਨਹੀਂ ਹੈ, ਇਹ ਜਿਹੜੇ ਪਦਾਰਥ ਨੇ ਸੰਸਾਰ ਦੇ, ਫਿਰ ਉਹਨੂੰ ਉਲਝਾ ਕੇ ਉਹਦੀ ਆਤਮਿਕ ਮੌਤ ਵੱਲ ਲੈ ਜਾਂਦੇ, ਬੰਧਨਾਂ ਵਿੱਚ ਪਾ ਦਿੰਦੇ ਨੇ ਉਹਦੇ ਜੀਵਨ ਨੂੰ। ਉਹਦਾ ਜੀਵਨ ਇੱਕ ਪ੍ਰਕਾਰ ਦਾ ਨਰਕ ਬਣ ਜਾਂਦਾ ਹੈ ਪਦਾਰਥ। ਪਰ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜ਼ਿੰਦਗੀ ਦੀ ਜੁਗਤ ਬਣਾਇਆ, ਉਹ ਇਸ ਪਦਾਰਥ ਦੇ ਵਿੱਚ ਰਹਿੰਦੇ ਹੋਏ ਇਹਦੇ ਤੋਂ ਮੁਕਤ ਹੋ ਗਏ। ਮੁਕਤ ਦਾ ਮਤਲਬ ਛੁੱਟ ਗਏ, ਫਸੇ ਨਹੀਂ। ਉਹ ਇਸ ਥਾਂ ਤੋਂ ਮੁਕਤੀ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ। ਇਹ ਮੁਕਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿੰਨਾ ਭਾਵਾਂ ਵਿੱਚ ਆਉਂਦਾ ਹੈ। ਅੱਜ ਦੇ ਸਮੇਂ ਵਿੱਚ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ।
ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਪਵਿੱਤਰ ਬਾਣੀ ਵਿੱਚ ਬਚਨ ਕੀਤਾ, ਸਾਰਾ ਸੰਸਾਰ ਇੱਥੇ ਬੰਧਨਾਂ ਵਿੱਚ ਫਸਿਆ ਹੋਇਆ ਹੈ। ਸਰੀਰ ਦੇ ਬੰਧਨ ਨਹੀਂ, ਬੰਦੇ ਦੇ ਅੰਦਰ ਉਹਦੀ ਜ਼ਿੰਦਗੀ ਨੂੰ, ਉਹਦੀ ਸੁਰਤ ਨੂੰ ਕਈ ਬੰਧਨ ਨੇ। 5 ਵਿਕਾਰ ਵੀ ਬੰਧਨ ਬਣ ਗਏ। ਸੰਸਾਰ ਦੀ ਲੋਕ ਲਾਜ ਵੀ ਉਹਦੇ ਵਾਸਤੇ ਰੁਕਾਵਟ ਬਣ ਗਈ। ਪਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਗੁਰੂ ਦੀ ਦਿੱਤੀ ਮੱਤ ਅਨੁਸਾਰ ਜਪਿਆ, ਕੱਲਾ ਕੱਲਾ ਕਰਕੇ ਉਹਨਾਂ ਦਾ ਬੰਧਨ ਜਿਹੜਾ ਹੈ ਜੀਵਨ ਦੇ ਵਿੱਚੋਂ ਖਤਮ ਹੋਣ ਲੱਗ ਪਿਆ। ਇਕੱਲਾ ਇਕੱਲਾ ਬੰਧਨ ਉਹਨਾਂ ਦਾ ਟੁੱਟਣ ਲੱਗ ਪਿਆ, ਇੱਕ ਇੱਕ ਬੰਧਨ। ਕਿਉਂਕਿ ਗੁਰੂ ਤੋਂ ਬਿਨਾਂ ਬੰਦੇ ਨੂੰ ਕੋਈ ਬੰਧਨਾਂ ਤੋਂ ਨਹੀਂ ਬਚਾ ਸਕਦਾ। ਸਾਰੇ ਬੰਧਨ ਨੇ। ਗ੍ਰਸਤ ਦਾ ਬੰਧਨ ਹੈ, ਧਨ ਦਾ ਬੰਧਨ ਹੈ, ਉਹਦੇ ਵਿੱਚ ਆਦਮੀ ਦਿਨ ਰਾਤ ਦੌੜਦਾ ਹੈ। ਫਿਰ ਇੱਜ਼ਤ ਦਾ ਬੰਧਨ ਹੈ, ਪਹਿਲਾਂ ਮਿਲਦੀ ਨਹੀਂ, ਜੇ ਮਿਲ ਗਈ ਤੇ ਇਹ ਡਰ ਬਣਿਆ ਰਹਿੰਦਾ ਕਿਤੇ ਚਲੀ ਨਾ ਜਾਏ, ਉਹ ਵੀ ਇੱਕ ਚਿੰਤਾ ਹੈ, ਬੰਧਨ ਹੈ, ਦੁੱਖ ਹੈ ਜੀਵਨ ਦਾ। ਇਹ ਸਾਰੇ ਬੰਧਨ ਗੁਰੂ ਦੀ ਮੱਤ ਨਾਲ ਟੁੱਟਣਗੇ ਤੇ ਜਦੋਂ ਬੰਦਾ ਇਹਨਾਂ ਸਾਰੇ ਬੰਧਨਾਂ ਤੋਂ ਖਲਾਸ ਹੋ ਜਾਏਗਾ, ਆਜ਼ਾਦ ਹੋ ਜਾਏਗਾ, ਉਸ ਨੂੰ ਕਹਿੰਦੇ ਨੇ ਮੁਕਤ ਹੋ ਗਿਆ। ਫਿਰ ਮੁਕਤ ਵਿਅਕਤੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕੀਤੀ ਹੈ। ਗੁਰੂ ਸਾਹਿਬ ਨੇ ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਕਿਸੇ ਮੁਕਤੀ ਨੂੰ ਨਹੀਂ ਮੰਨਿਆ। ਜਿਵੇਂ ਆਮ ਤੌਰ 'ਤੇ ਲੋਕ ਬਾਅਦ ਵਿੱਚ ਕੋਈ ਸ਼ਰਾਧ ਕਰਾਉਂਦਾ ਹੈ, ਕੋਈ ਹੋਰ ਉਪਰਾਲਾ ਕਰਦਾ ਹੈ, ਕੋਈ ਕਿਸੇ ਧਾਰਮਿਕ ਥਾਂ 'ਤੇ ਜਾ ਕੇ ਮਾਇਆ ਦੇ ਕੇ ਉਸ ਮਰੇ ਹੋਏ ਪ੍ਰਾਣੀ ਦੀ ਮੁਕਤੀ ਕਰਾਉਂਦੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਜੇ ਜਿਉਂਦਿਆਂ ਬੰਧਨ ਨਹੀਂ ਟੁੱਟੇ, ਜੇ ਜਿਉਂਦੇ ਜੇ ਮੁਕਤੀ ਨੇ ਮਿਲੀ ਤੇ ਮਰਨ ਤੋਂ ਬਾਅਦ ਵੀ ਮੁਕਤੀ ਨਹੀਂ। ਕਿਉਂਕਿ ਮੁਕਤੀ ਲੈਣ ਵਾਸਤੇ ਸਰੀਰ ਦੀ ਲੋੜ ਪੈਂਦੀ ਹੈ, ਸਰੀਰ ਦੇ ਵਿੱਚ ਰਹਿੰਦੇ ਮੁਕਤੀ ਹੋ ਸਕਦੀ ਹੈ। ਇੱਥੋਂ ਤੱਕ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਦੇਵਤੇ ਵੀ ਮੁਕਤ ਨਹੀਂ ਕਹਿੰਦੇ, ਉਹ ਰੱਬ ਕੋਲੋਂ ਬੰਦੇ ਦੀ ਦੇਹ ਮੰਗਦੇ ਨੇ, ਜਿਹੜੀ ਸਾਡੇ ਕੋਲ ਹੈ ਤੇ ਸਾਨੂੰ ਇਹਦੀ ਕੀਮਤ ਦਾ ਪਤਾ ਨਹੀਂ। ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹ ਨੂੰ ਦੇਵਤੇ ਰੱਬ ਕੋਲੋਂ ਕਿਉਂ ਮੰਗ ਰਹੇ ਨੇ? ਉਹਨਾਂ ਕੋਲ ਹੋਰ ਤਾਂ ਸਾਰਾ ਕੁਝ ਹੈ, ਉਹ ਵਰ ਵੀ ਦੇ ਸਕਦੇ ਨੇ, ਉਹਨਾਂ ਕੋਲ ਧਨ ਦੀ ਵੀ ਕਮੀ ਨਹੀਂ ਹੋਵੇਗੀ, ਸ਼ਕਤੀਆਂ ਵੀ ਹੋਣਗੀਆਂ ਉਹਨਾਂ ਦੇ ਕੋਲ, ਲੋਕ ਤੇ ਉਹਨਾਂ ਨੂੰ ਪੂਜਦੇ ਨੇ। ਇਹ ਬੜੀ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੇ ਦੇਹਧਾਰੀ ਨੇ ਉਹ ਦੇਵਤਿਆਂ ਦੀ ਪੂਜਾ ਕਰਦੇ ਨੇ, ਉਹ ਉਹਨਾਂ ਅੱਗੇ ਆਰਤੀ ਉਤਾਰਦੇ ਨੇ, ਉਹ ਉਹਨਾਂ ਅੱਗੇ ਫੁੱਲ ਚੜਾਉਂਦੇ ਨੇ, ਉਹ ਉਹਨਾਂ ਅੱਗੇ ਡੰਡੌਤ ਕਰਦੇ ਨੇ, ਉਹਨਾਂ ਨੂੰ ਮਨਾਉਂਦੇ ਫਿਰਦੇ ਨੇ। ਸਤਿਗੁਰਾਂ ਨੇ ਕਿਹਾ ਦੇਹਧਾਰੀ ਜਿਨ੍ਹਾਂ ਦੇਵਤਿਆਂ ਨੂੰ ਮਨਾਉਂਦੇ ਨੇ, ਪੂਜਾ ਕਰਦੇ ਨੇ, ਉਹ ਦੇਵਤੇ ਤੇ ਬੰਦੇ ਦੀ ਦੇਹ ਮੰਗਦੇ ਨੇ ਰੱਬ ਕੋਲ। ਇਹਦਾ ਕੀ ਕਾਰਨ ਹੈ? ਕੀਮਤੀ ਇੰਨੀ ਹੈ। ਪਰ ਜੇ ਪਤਾ ਨਾ ਲੱਗਾ, ਜੇ ਬੰਦੇ ਨੇ ਇਹਦਾ ਪ੍ਰਯੋਜਨ ਸਿਰਫ 4 ਕੰਮ ਸਮਝ ਲਿਆ, ਖਾਣਾ ਪੀਣਾ, ਸੌਣਾ ਤੇ ਪਰਿਵਾਰ ਬਣਾਉਣਾ, ਇਹ 4 ਕਰਮ ਜੇ ਸਮਝ ਲਿਆ, ਫਿਰ ਤੇ ਮਿੱਟੀ ਦੀ ਬਣੀ ਹੋਈ ਇੱਕ ਮਸ਼ੀਨ ਹੈ। ਜਿਵੇਂ ਕੁਝ ਇੰਜਨ ਲੋਹੇ ਦੇ ਨੇ, ਗੱਡੀਆਂ, ਸਰੀਰ ਦੇ ਸੁੱਖਾਂ ਨੂੰ ਜੀਵਨ ਸਮਝਦੇ, ਸਰੀਰ ਦੇ ਜਿਹੜੇ ਸੁੱਖ ਨੇ ਉਹ ਹੀ ਸਾਡਾ ਜੀਵਨ ਬਣ ਗਏ। ਪਰ ਜਿਨ੍ਹਾਂ ਨੇ ਸਰੀਰ ਤੋਂ ਅਗਲੇ ਸੁੱਖ ਮੁਕਤ ਹੋਣਾ ਹੈ, ਮੁਕਤ ਦਾ ਮਤਲਬ ਦੁੱਖਾਂ ਤੋਂ ਛੁੱਟਣਾ ਹੈ, ਸਾਰੇ ਦੁੱਖਾਂ ਦੀ ਨਿਵਰਤੀ ਹੈ। ਇਹ ਸਰੀਰ ਮਿਲੇ ਤਾਂ ਆਦਮੀ ਨੂੰ, ਪਰ ਇਹਨੂੰ ਉਸ ਚੀਜ਼ ਦਾ ਪਤਾ ਹੀ ਨਹੀਂ, ਇਸ ਕਰਕੇ ਵਿਅਰਥ ਚਲਾ ਗਿਆ ਜੀਵਨ, ਉੱਚਾ ਨਹੀਂ ਰਿਹਾ। ਉੱਚਾ ਉਹਨਾਂ ਦਾ ਹੈ ਜਿਨ੍ਹਾਂ ਨੇ ਸਰੀਰ ਤੋਂ ਅਗਲੇ ਸੁੱਖ ਦੀ ਖੋਜ ਕੀਤੀ। ਆਮ ਤੌਰ 'ਤੇ ਉਹ ਲੋਹੇ ਦੀਆਂ ਬਣੀਆਂ, ਉਹਨਾਂ ਦੇ ਵਿੱਚ ਡੀਜ਼ਲ ਪਾਓ ਚੱਲਦੀਆਂ ਨੇ। ਜੇ ਇਹਨੇ ਇਹ ਪ੍ਰਯੋਜਨ ਨਹੀਂ ਸਮਝਿਆ, ਮਨੁੱਖੀ ਅਗਲੇ ਸੁੱਖ ਦੀ ਖੋਜ ਕੀਤੀ, ਉਹ 2 ਤਰ੍ਹਾਂ ਦੇ ਆਦਮੀ ਨੇ। ਜੀ ਨਿਵਰਤੀ ਹੈ, ਇਹ ਸਰੀਰ ਮਿਲੇ ਤਾਂ ਆ ਗਿਆ, ਮਾਇਆ ਇੰਨੀ ਚੀਜ਼ ਦਾ ਪਤਾ ਹੀ ਨਹੀਂ, ਇਸ ਕਰਕੇ ਵਿਅਰਥ ਚਲਾ ਗਿਆ ਜੀਵਨ, ਉੱਚਾ ਨਹੀਂ ਰਿਹਾ। ਉੱਚਾ ਵਰਤ ਕੇ ਉਹ ਜਦੋਂ ਬਿਲਕੁਲ ਰੱਜ ਗਏ, ਮਾਇਆ ਤੋਂ ਅੱਕ ਗਏ,
ਆਸ਼ਾ ਮੁੱਕ ਗਈ ਅੰਦਰੋਂ ਇਹ ਖਿਆਲ ਪੈਦਾ ਹੋਇਆ ਵੀ ਇਹਦੇ ਵਿੱਚ ਤਾਂ ਕੁਝ ਨਹੀਂ। ਫਿਰ ਉਹ ਮਾਇਆ ਤੋਂ ਉਪਰਾਮ ਹੋ ਗਏ, ਉਦਾਸ ਹੋ ਗਏ। ਉਹਨਾਂ ਨੇ ਇਸ ਮਾਇਆ ਤੋਂ ਅਗਲੇ ਸੁੱਖ ਦੀ ਫਿਰ ਖੋਜ ਕੀਤੀ। ਆਦਮੀ ਨੇ ਜਾਂ ਤੇ ਜਿਨ੍ਹਾਂ ਕੋਲ ਧਨ ਹੈ, ਗਰੀਬ ਆਦਮੀ ਤੇ ਰੱਬ ਦੀ ਖੋਜ, ਉਹਨਾਂ ਨੇ ਮਾਇਆ ਨੂੰ ਵਰਤ ਕੇ ਵੇਖ ਲਿਆ। ਉਹਨੂੰ ਸੰਗਤ ਨਾ ਮਿਲੇ, ਉਹਨੂੰ ਇਹ ਹੋਵੇਗਾ ਅਮੀਰੀ ਵਿੱਚੋਂ ਸੁੱਖ ਮਿਲ ਜਾਏਗਾ, ਧਨ ਵਿੱਚੋਂ ਸੁੱਖ ਮਿਲ ਜਾਏਗਾ। ਉਹ ਨਹੀਂ ਖੋਜ ਕਰਦਾ। ਜਿਹੜੇ ਲੋਕ ਮਾਇਆ ਨੂੰ ਵਰਤ ਕੇ ਇਸ ਸੰਬੰਧ ਦੇ ਵਿੱਚ ਗਰੀਬ ਆਦਮੀ ਫਿਰ ਵੀ ਸੁਖੀ ਨੇ, ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਹੈ ਇਹ ਸੋਚਦੇ ਰਹਿੰਦੇ ਕਿ ਸ਼ਾਇਦ ਅਮੀਰੀ ਵਿੱਚੋਂ ਸੁੱਖ ਮਿਲ ਜਾਏਗਾ, ਇਸ ਆਸ ਤੇ ਜਿਉਂਦੇ ਨੇ। ਪਰ ਜਿਨ੍ਹਾਂ ਨੂੰ ਧਨ ਮਿਲ ਗਿਆ ਤੇ ਧਨ ਵਿੱਚੋਂ ਤੇ ਮਿਲਦਾ ਹੀ ਕੁਝ ਨਹੀਂ, ਮਾਇਆ ਵਿੱਚੋਂ ਮਿਲਦਾ ਹੀ ਕੁਝ ਨਹੀਂ, ਫਿਰ ਉਹਨਾਂ ਦੀ ਆਸਾ ਜਿਹੜੀ ਸੀ ਖਤਮ ਹੋ ਗਈ। ਫਿਰ ਉਹ ਖੋਜ ਕਰਨਗੇ ਰੱਬ ਦੀ। ਤਾਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਨੇ ਬਚਨ ਕੀਤੇ ਮੁਕਤੀ ਕੀ ਹੈ, ਉਹਦੀ ਅਵਸਥਾ ਕਿਹੜੀ ਹੈ। ਜਿਹੜੇ ਜੀਵਨ ਮੁਕਤ ਹੋ ਗਏ, ਸਰੀਰ ਦੇ ਰਹਿੰਦਿਆਂ ਹੋਇਆਂ ਜਿਨ੍ਹਾਂ ਨੂੰ ਮੁਕਤੀ ਮਿਲ ਗਈ, ਐਸੇ ਮਨੁੱਖਾਂ ਦੀ ਦਸ਼ਾ ਗੁਰਬਾਣੀ ਵਿੱਚ ਲਿਖੀ ਹੈ। ਉਹਨਾਂ ਦੇ ਅੰਦਰ ਨਾ ਭੁੱਖ ਦੀ ਕੋਈ, ਉਹਨਾਂ ਦੇ ਅੰਦਰ ਭੁੱਖ ਬਹੁਤੀ ਨਹੀਂ, ਪਿਆਸ ਬਹੁਤੀ ਨਹੀਂ, ਦੁੱਖ ਬਹੁਤਾ ਨਹੀਂ, ਸੁੱਖ ਬਹੁਤਾ ਨਹੀਂ। ਇਹਨਾਂ ਚੀਜ਼ਾਂ ਤੋਂ ਪਾਰ ਚਲੇ ਗਏ। ਭਗਤ ਰਵਿਦਾਸ ਜੀ ਨੇ ਜੀਵਨ ਮੁਕਤ ਵਿਅਕਤੀ ਦੀ ਵਿਆਖਿਆ ਕੀਤੀ। ਕਹਿੰਦੇ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਗਮ ਹੈ ਨਹੀਂ, ਉਦਾਸੀ ਨਹੀਂ, ਸੋਚ ਨਹੀਂ, ਚਿੰਤਾ ਨਹੀਂ। ਇਹ ਸਾਰਿਆਂ ਤੋਂ ਵੱਡੀ ਗਿਫਟ ਉਹਨਾਂ ਨੂੰ ਮੁਕਤੀ ਵਿੱਚੋਂ ਸਭ ਤੋਂ ਪਹਿਲਾਂ ਮਿਲਦੀ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਸ਼ਹਿਰ ਦਾ ਅਰਥ ਹੈ ਉਹ ਇਸ ਅਵਸਥਾ ਦੇ ਨਿਵਾਸੀ ਹੋ ਜਾਂਦੇ ਨੇ ਜਿੱਥੇ ਗਮ ਕੋਈ ਨਹੀਂ ਹੈ। ਨਹੀਂ ਤੇ ਗਮ ਸਾਰਿਆਂ ਨੂੰ ਹੈ, ਚਿੰਤਾ ਸਾਰਿਆਂ ਨੂੰ ਹੈ। ਜਿਨ੍ਹਾਂ ਦੇ ਕੋਲ ਕੁਝ ਹੈ ਉਹਨਾਂ ਨੂੰ ਇਹ ਚਿੰਤਾ ਕਿਤੇ ਚਲਾ ਨਾ ਜਾਏ, ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹਨਾਂ ਨੂੰ ਇਹ ਚਿੰਤਾ ਆਏ ਕਿਵੇਂ। ਜਿਹੜੇ ਹਾਰ ਗਏ ਉਹਨਾਂ ਨੂੰ ਇਹ ਦੁੱਖ ਬਈ ਹਾਰੇ ਕਿਉਂ, ਜਿਹੜੇ ਜਿੱਤ ਗਏ ਉਹਨਾਂ ਨੂੰ ਇਹ ਦੁੱਖ ਬਈ ਉਹਨਾਂ ਨੂੰ ਜਿੱਤ ਨੂੰ ਬਰਕਰਾਰ ਕਿਵੇਂ ਰੱਖੀਏ, ਕਿਤੇ ਘਟ ਨਾ ਜਾਏ, ਕੋਈ ਇਲਜ਼ਾਮ ਨਾ ਲੱਗ ਜਾਏ। ਤੇ ਦੁਖੀ ਦੋਵੇਂ ਨੇ। ਸੰਸਾਰ ਦੀ ਕਿਸੇ ਵਸਤੂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ, ਹਾਲਾਤ ਤੇ ਉਹੀ ਰਹੀ। ਪਰ ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਿਨ੍ਹਾਂ ਨੇ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿੰਦਾ ਜੀ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਗਮ ਨਹੀਂ ਹੈ। ਜੇ ਅਮੀਰੀ ਆ ਗਈ ਤਾਂ ਵੀ ਆਨੰਦਿਤ, ਜੇ ਨਾ ਆਈ ਤਾਂ ਵੀ ਆਨੰਦਿਤ। ਬੇਗਮਪੁਰਾ ਸ਼ਹਿਰ ਕੋ ਨਾਉ। ਕੱਲ ਜਿਹੜੇ ਮੈਂ 5 ਨਿਸ਼ਾਨੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ, ਜੀਵਨ ਮੁਕਤ ਵਿਅਕਤੀ ਦੀ ਮਨ ਦੀ ਅਵਸਥਾ 5 ਨਿਸ਼ਾਨੀਆਂ, 5 ਤਰ੍ਹਾਂ ਦਾ ਉਹਨਾਂ ਦਾ ਜੀਵਨ ਹੁੰਦਾ ਹੈ। ਇੱਥੇ ਰਵਿਦਾਸ ਜੀ ਨੇ ਦੱਸਿਆ ਕਿ ਜਿਹੜੇ ਲੋਕ ਪਰਮਾਤਮਾ ਦੇ ਨਾਮ ਨੂੰ ਜਪ ਕੇ ਜੀਵਨ ਦੇ ਵਿੱਚ ਧਿਆ ਕੇ ਉਹ ਅੰਦਰ ਜਿਹੜਾ ਨਾਮ ਦਾ ਨਿਵਾਸ ਹੋ ਜਾਂਦਾ, ਉਹ ਫਿਰ ਗਮ ਤੋਂ ਰਹਿਤ ਹੋ ਜਾਂਦੇ। ਗਮ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ, ਉਦਾਸੀ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ। ਦਿਨ ਰਾਤ ਖਿੜਾਵ, ਦਿਨ ਰਾਤ ਖੇੜਾ, ਦਿਨ ਰਾਤ ਉਹਨਾਂ ਦਾ ਮਨ ਇੱਕ ਤਰ੍ਹਾਂ ਨਾਲ ਇਸ ਖੁਸ਼ੀ ਦੇ ਵਿੱਚ ਰਹਿੰਦਾ ਹੈ ਜਿਹੜੀ ਖੁਸ਼ੀ ਸੰਸਾਰ ਦੇ ਕਿਸੇ ਪਦਾਰਥ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਬਚਨ ਕੀਤਾ ਰਵਿਦਾਸ ਜੀ ਨੂੰ, ਕਿਸੇ ਪੁੱਛਿਆ ਇਸ ਰੱਬ ਦੇ ਰਾਹ ਵਿੱਚੋਂ ਤੁਹਾਨੂੰ ਮਿਲਿਆ ਕੀ ਹੈ, ਪ੍ਰਾਪਤੀ ਕੀ ਹੋਈ ਹੈ। ਇਹ ਕੁਦਰਤੀ ਹੈ। ਮੈਂ ਬੇਨਤੀ ਕਰਾਂ, ਸੰਸਾਰ ਵੀ ਤਾਂ ਆਪਾਂ ਸਫਲ ਹੋਏ ਹਾਂ ਜੇ ਸੰਸਾਰੀ ਬਣ ਕੇ ਅਸੀਂ ਕਾਰੋਬਾਰ ਕੀਤਾ, ਦਿਨ ਰਾਤ ਮਿਹਨਤ ਕੀਤੀ ਹੈ ਤੇ ਬੰਦਾ ਅਮੀਰੀ ਨੂੰ ਪ੍ਰਾਪਤ ਕਰ ਲੈ ਤੇ ਸਫਲ ਹੋ ਗਿਆ, ਫਿਰ ਤੇ ਕਹਾਂਗੇ ਵੀ ਸੰਸਾਰਿਕ ਤੌਰ ਤੇ ਸਫਲ ਹੈ। ਧਾਰਮਿਕ ਦੁਨੀਆ ਦੇ ਵਿੱਚ ਵੀ ਜੇ ਬੰਦੇ ਨੂੰ ਕੁਝ ਮਿਲਿਆ ਹੈ ਤੇ ਸਫਲ ਹੋਇਆ ਹੈ, ਨਹੀਂ ਤੇ ਐਵੇਂ ਭਾਰ ਹੀ ਚੁੱਕੀ ਫਿਰਦਾ ਹੈ। ਮਿਲਿਆ ਤੇ ਹੈ ਕੁਝ ਨਹੀਂ। ਜਿੰਨਾ ਚਿਰ ਇਹ ਵੀ ਤਾਂ ਰਸਤਾ ਬਿਲਕੁਲ ਕਮਾਈ ਦਾ ਨਾ। ਮੈਂ ਬੇਨਤੀ ਕਰਾਂ, ਇਹ ਜ਼ਰੂਰੀ ਨਹੀਂ ਵੀ ਸੰਸਾਰੀ ਬੰਦਾ ਲਾਲਚੀ ਹੈ, ਧਾਰਮਿਕ ਬੰਦੇ ਅੰਦਰ ਵੀ ਲਾਲਚ ਚਾਹੀਦਾ ਹੈ, ਉਹ ਵੀ ਲੋਭੀ ਚਾਹੀਦਾ ਹੈ, ਉਹਦੇ ਵਿੱਚ ਵੀ ਲੋਭ ਚਾਹੀਦਾ। ਜਿਹੜੇ ਬੰਦੇ ਵਿੱਚ ਜਿਹੜਾ ਧਾਰਮਿਕ ਆਪਣੇ ਆਪ ਨੂੰ ਅਖਵਾਉਂਦਾ ਹੈ, ਸਿੱਖ ਅਖਵਾਉਂਦਾ ਹੈ, ਉਹਦੇ ਅੰਦਰ ਲੋਭ ਨਹੀਂ, ਲਾਲਚ ਨਹੀਂ, ਤੇ ਉਹ ਤੇ ਬਿਲਕੁਲ ਇੰਜ ਕਹੋ ਵੀ ਧਰਮ ਦੀ ਦੁਨੀਆ ਵਿੱਚ ਬੋਝ ਬਣ ਗਿਆ, ਭਾਰ। ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਨਾ, ਧਰਮ ਇੱਕ ਕੰਮ ਹੈ।
एक बड़ा वड्डा कारज है तो काम ही कोई नहीं, लालच ही कोई नहीं, कमाउणा की है, कोई इकट्ठा ही नहीं करना। ਤਾਂ ਲਾਲਚ ਨਹੀਂ ਜੇ ਧਾਰਮਿਕ ਬੰਦੇ ਵਿੱਚ ਕੋਈ ਪ੍ਰਾਪਤੀ ਦਾ, ਕਿਸੇ ਅਵਸਥਾ ਨੂੰ ਲੱਭ ਨਹੀਂ ਰਿਹਾ ਤੇ ਉਹ ਤਾਂ ਫਿਰ ਬੋਝ ਹੀ ਢੋ ਰਿਹਾ, ਧਰਮ ਉਹਦੇ ਕੋਲ ਹੈ ਨਹੀਂ ਹੈ। ਕਿਹੜੀ ਚੀਜ਼ ਦੀ ਖੋਜ ਕਰਦੇ ਨੇ ਧਾਰਮਿਕ ਲੋਕ? ਮੁਕਤੀ ਦੀ। ਜਿੱਥੇ ਸਭ ਕੁਝ ਛੁੱਟ ਜਾਂਦਾ ਹੈ, ਜੇ ਉੱਥੇ ਦੁੱਖ ਵੀ ਛੁੱਟਦਾ ਹੈ ਤੇ ਉੱਥੇ ਸੁੱਖ ਵੀ ਛੁੱਟ ਜਾਂਦਾ ਹੈ। ਬੰਦਾ ਤਾਂ ਦੁਖੀ ਰਹਿੰਦਾ ਹੈ, ਉਹ ਦੁੱਖ ਤੋਂ ਦੌੜਦਾ ਹੈ ਤੇ ਸੁੱਖ ਨੂੰ ਫੜਨਾ ਚਾਹੁੰਦਾ ਹੈ, ਜਦ ਕਿ ਦੋਵੇਂ ਚੀਜ਼ਾਂ ਇੱਕੋ ਚੀਜ਼ ਦੇ ਦੋ ਪਾਸੇ ਨੇ, ਇਹ ਵੱਖਰੀਆਂ ਨਹੀਂ ਹਨ। ਜਿੱਥੇ ਦੁੱਖ ਹੈ ਉੱਥੇ ਸੁੱਖ ਨੇ ਆਉਣਾ ਹੈ, ਜਿੱਥੇ ਸੁੱਖ ਹੈ ਇਕੱਲਾ ਨਹੀਂ ਰਹੇਗਾ, ਦੁੱਖ ਜ਼ਰੂਰ ਆਵੇਗਾ। ਦੋਵੇਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਬੇਗਮ ਪੁਰਾ, ਗਮ ਤੋਂ ਰਹਿਤ ਹੋ ਗਿਆ, ਚਿੰਤਾ ਹੀ ਕੋਈ ਨਹੀਂ ਰਹੀ। ਮਨ ਦੇ ਵਿੱਚ ਬੇਪਰਵਾਹੀ ਛਾ ਗਈ, ਬਾਦਸ਼ਾਹ ਬਣ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਐਸੇ ਲੋਕਾਂ ਨੂੰ ਬਾਦਸ਼ਾਹ ਕਿਹਾ ਗਿਆ ਹੈ। ਐਸੇ ਲੋਕ ਬਾਦਸ਼ਾਹ ਨੇ, ਔਰ ਇਕੱਲੇ ਬਾਦਸ਼ਾਹ ਨਹੀਂ, ਕਹਿੰਦੇ ਬਾਦਸ਼ਾਹਾਂ ਦੇ ਬਾਦਸ਼ਾਹ, ਸਾਰੇ ਬਾਦਸ਼ਾਹਾਂ ਦੇ ਉੱਪਰ ਬੇਪਰਵਾਹ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਇਸ ਕਰਕੇ ਬਚਨ ਕੀਤੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ। ਉਸ ਥਾਂ ਦੇ ਉੱਤੇ ਦੁੱਖ ਨਹੀਂ ਵਿਆਪਦਾ, ਉੱਥੇ ਚਿੰਤਾ ਨਹੀਂ ਵਿਆਪਦੀ, ਉੱਥੇ ਉਹਨਾਂ ਚੀਜ਼ਾਂ ਦਾ ਥਾਂ ਹੀ ਕੋਈ ਨਹੀਂ। ਇੰਨੀ ਉੱਚੀ ਅਵਸਥਾ ਹੈ। ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਖਤਾ ਕਹਿੰਦੇ ਨੇ ਗਲਤੀ ਨੂੰ। ਜਿਹੜਾ ਬੰਦਾ ਮੁਕਤ ਹੋ ਗਿਆ ਉਹਦੇ ਵਿੱਚ ਇੱਕ ਹੋਰ ਦਾਤ ਉਹਨੂੰ ਮਿਲਦੀ ਹੈ। ਖਤਾ ਕਹਿੰਦੇ ਗਲਤੀ ਕਰਨ ਨੂੰ। ਆਮ ਤੌਰ 'ਤੇ ਹਰ ਇੱਕ ਮਨੁੱਖ ਤੋਂ ਸੰਭਾਵਨਾ ਹੈ ਵੀ ਉਹ ਜਿੱਥੇ ਠੀਕ ਕਰਦਾ ਕਿਤੇ ਨਾ ਕਿਤੇ ਗਲਤ ਵੀ ਕਰਦਾ ਹੈਗਾ। ਪਰ ਜਿਹੜਾ ਜੀਵਨ ਮੁਕਤ ਹੋ ਗਿਆ ਉਹਦੇ ਤੋਂ ਗਲਤੀ ਹੋ ਹੀ ਨਹੀਂ ਸਕਦੀ। ਉਹ ਜਿਹੜਾ ਕੰਮ ਕਰੇਗਾ ਨਾ, ਕਹਿੰਦੇ ਉਹ ਜਿਹੜੀ ਚੀਜ਼ ਨੂੰ ਹੱਥ ਲਾਏਗਾ ਮਿੱਟੀ ਸੋਨਾ ਬਣੇਗੀ। ਦੁੱਖ ਨੂੰ ਹੱਥ ਲਾਏਗਾ ਤੇ ਦੁੱਖ ਸੁੱਖ ਵਿੱਚ ਤਬਦੀਲ ਹੋ ਜਾਏਗਾ। ਜਿੱਥੇ ਉਹਨੇ ਪੈਰ ਧਰਿਆ, ਜਿਹੜੇ ਥਾਂ ਤੇ ਉਹ ਚਲਾ ਗਿਆ, ਉੱਥੇ ਹਰ ਇੱਕ ਚੀਜ਼ ਬਦਲ ਜਾਏਗੀ। ਇਸ ਕਰਕੇ ਕਹਿੰਦੇ ਨੇ ਖਤਾ, ਗਲਤੀ ਉਹਦੇ ਜੀਵਨ ਵਿੱਚੋਂ ਖੰਭ ਲਾ ਕੇ ਉੱਡ ਜਾਂਦੀ, ਗਲਤ ਕਰ ਹੀ ਨਹੀਂ ਸਕਦਾ। ਉਹਦਾ ਅੰਦਰ ਹੀ ਇਸ ਵਰਗ ਤਰੀਕੇ ਦਾ, ਅੰਦਰ ਦੀ ਘਾੜਤ ਹੀ ਐਸੀ ਬਣ ਗਈ, ਅੰਦਰ ਦਾ ਸਵਰੂਪ ਹੀ, ਸੁਭਾਅ ਵੀ ਇਸ ਤਰ੍ਹਾਂ ਦਾ ਬਣ ਗਿਆ, ਉਹਦੇ ਵਿੱਚ ਤਾਕਤ ਹੀ ਇੰਨੀ ਆ ਗਈ, ਉਹ ਜਿਹੜੀ ਥਾਂ ਤੇ ਜਾਂਦਾ ਉਹ ਨਰਕ ਵੀ ਸਵਰਗ ਵਿੱਚ ਤਬਦੀਲ ਹੋ ਜਾਂਦਾ ਹੈ। ਤੁਸੀਂ ਸੁਣਿਆ ਹੋਵੇਗਾ ਇੱਕ ਇਤਿਹਾਸ ਤਵਾਰੀਖ ਵਿੱਚ ਇੱਕ ਮਹਾਂਪੁਰਸ਼ ਬਾਰੇ, ਗੁਰਬਾਣੀ ਵਿੱਚ ਵੀ ਉਹਨਾਂ ਦਾ ਨਾਮ ਆਇਆ, ਜਨਕ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ ਗਿਆ। ਜਨਕ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ। ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਉਹਨਾਂ ਨੇ ਨਰਕ ਦੇ ਜੀਵਾਂ ਦੀ ਕੁਰਲਾਉਂਦਿਆਂ ਹੋਇਆਂ ਦੀ ਆਵਾਜ਼ ਸੁਣੀ। ਐਸੇ ਲੋਕਾਂ ਦੀ ਪਹੁੰਚ ਬੜੀ ਦੂਰ ਹੋ ਜਾਂਦੀ। ਸਤਿਗੁਰੂ ਨੇ ਬਚਨ ਕਹਿੰਦੇ ਕੀਤੇ, ਕਹਿੰਦੇ ਜਾਂ ਕਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਦਰਗਾਹ ਤੱਕ ਉਹਨਾਂ ਲੋਕਾਂ ਦੀ ਪਹੁੰਚ ਹੋ ਜਾਂਦੀ ਹੈ, ਉੱਥੋਂ ਤੱਕ ਹੱਥ ਪਾ ਲੈਂਦੇ ਨੇ। ਕਹਿੰਦੇ ਇੱਕ ਦਿਨ ਜਨਕ ਜੀ ਨੇ ਵੇਖਿਆ ਵੀ ਨਰਕ ਦੇ ਵਿੱਚ ਬਹੁਤ ਸਾਰੇ ਜੀਵ ਵਿਲਕ ਰਹੇ ਨੇ, ਉਹਨਾਂ ਨੂੰ ਸਾੜਿਆ ਜਾ ਰਿਹਾ। ਉਹਨਾਂ ਦੀਆਂ ਵਾਰਾਂ ਵਿੱਚ ਸੰਮਿਲਿਤ ਹੈ, ਲਿਖਿਆ ਗਿਆ, ਵਿਲ ਲਾਵਣ ਜੀ ਨਰਕ ਨਿਵਾਸੀ, ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਰਹਿ ਕੇ ਉਦਾਸ ਹੋ ਗਏ, ਮਾਇਆ ਦੇ ਵਿੱਚ ਫਸੇ ਨੇ। ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜਮਪੁਰ ਗਿਆ ਪੁਕਾਰ ਸੁਣ, ਉਹਨੂੰ ਆਵਾਜ਼ ਆਈ ਕਿ ਜਮਪੁਰੀ ਦੇ ਵਿੱਚ ਪਾਪੀਆਂ ਲੋਕਾਂ ਦੀ ਆਵਾਜ਼ ਆ ਰਹੀ, ਕੁਰਲਾ ਰਹੇ ਨੇ, ਤਰਲੇ ਲੈ ਰਹੇ ਨੇ। ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਣ ਜੀ ਨਰਕ ਨਿਵਾਸੀ। ਤੇ ਜਦੋਂ ਉਹਨਾਂ ਨੇ ਸੜਦੇ ਬਲਦੇ ਲੋਕਾਂ ਨੂੰ ਵੇਖਿਆ, ਅੰਦਰ ਤਰਸ ਆ ਗਿਆ, ਅੰਦਰ ਦਇਆ ਆ ਗਈ
ਤੇ ਦਇਆ ਕਰਕੇ ਉਹ ਨਰਕ ਵਿੱਚ ਚਲੇ ਗਏ। ਜਾ ਕੇ ਪੁੱਛਿਆ ਵੀ ਇਹਨਾਂ ਲੋਕਾਂ ਨੂੰ ਇੰਨੀ ਯਾਤਨਾ ਕਿਉਂ, ਇਹਨਾਂ ਨੂੰ ਇੰਨੇ ਤਸੀਹੇ ਕਿਉਂ, ਇਹਨਾਂ ਨੂੰ ਇੰਨਾ ਦੁੱਖ ਕਿਉਂ? ਕਹਿਣ ਲੱਗੇ ਤੇ ਕੁਦਰਤ ਦਾ ਨਿਯਮ ਹੈ, ਜੋ ਕੁਝ ਜਿਵੇਂ ਦੇ ਕਰਮ ਕਰਦਾ ਹੈ ਉਵੇਂ ਦਾ ਉਹਨੂੰ ਭੁਗਤਣਾ ਪੈਂਦਾ ਹੈ। ਪਰ ਉਹਨਾਂ ਨੇ ਕਿਹਾ ਵੀ ਇਹ ਛੁੱਟ ਸਕਦੇ ਨੇ, ਇਹਨਾਂ ਦਾ ਛੁਟਕਾਰਾ ਹੋ ਸਕਦਾ ਹੈ। ਤਾਂ ਜਵਾਬ ਮਿਲਿਆ, ਜੇ ਤੁਸੀਂ ਇਹਨਾਂ ਦੇ ਤਬਾਦਲੇ ਤੇ ਨਾਮ ਦਾ ਧਨ ਦਿਓਗੇ ਤੇ ਇਹਨਾਂ ਨੂੰ ਛੱਡ ਸਕਣੇ ਆ। ਇਹ ਵੀ ਇੱਕ ਸੰਵਿਧਾਨ ਹੈ ਧਰਮ ਦਾ। ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਨਾਮ ਦੀ ਪੂੰਜੀ ਐਸੀ ਵੱਧ ਜਾਂਦੀ, ਆਪਣੇ ਕੋਲ ਤੇ ਆਪਣੇ ਆਪ ਨੂੰ ਛਡਾਉਣ ਜੋਗਾ ਵੀ ਨਹੀਂ, ਆਪਣੇ ਕੋਲ ਤੇ ਇੰਨਾ ਵੀ ਨਹੀਂ ਕਿ ਅਸੀਂ ਆਪਣੇ ਆਪ ਨੂੰ ਹੀ ਆਪਣਾ ਹੀ ਪ੍ਰਬੰਧ ਕਰ ਲਈਏ। ਪਰ ਸੱਚ ਇਹ ਹੈ, ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖ ਦਿੱਤਾ, ਇੰਨੀ ਪੂੰਜੀ ਦੇ ਮਾਲਕ ਬਣਾ ਦਿੱਤਾ, ਭਾਵੇਂ ਉਹ ਭਾਣੇ ਵਿੱਚ ਹੀ ਰਹਿੰਦੇ ਨੇ, ਪਰ ਜੇ ਕਿਤੇ ਉਹਨਾਂ ਦੀ ਨਜ਼ਰ ਦ੍ਰਿਸ਼ਟੀ ਪੈ ਜਾਏ, ਵੀ ਤਰਸ ਆ ਜਾਏ ਕਿਸੇ ਤੇ, ਕਿਸੇ ਵਿਲਕਦੇ ਨੂੰ, ਕਿਸੇ ਟੁੱਟੇ ਹੋਏ ਨੂੰ ਜੋੜਨ ਦੀ ਸਮਰੱਥਾ ਉਹਨਾਂ ਵਿੱਚ ਹੁੰਦੀ। ਬਾਣੀ ਵਿੱਚ ਬਚਨ ਆਏ ਨੇ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸ਼ੋਂ ਲੈਣ ਮਿਲਾਏ। ਜਨਕ ਨੇ ਕਿਹਾ ਕੋਈ ਗੱਲ ਨਹੀਂ, ਮੈਂ ਉਪਰਾਲਾ ਕਰ ਦੇਣਾ। ਇੱਕ ਘੜੀ ਉਹਨਾਂ ਨੇ ਉੱਥੇ ਕਹਿੰਦੇ ਨੇ ਖਲੋ ਕੇ ਸਿਮਰਨ ਕੀਤਾ। ਉਹ ਸਿਮਰਨ ਸੀ, ਧਿਆਨ ਦਿਓ। ਇੱਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ, ਇਹ ਗੱਲ ਪ੍ਰਚਲਿਤ ਹੈ ਵੀ ਇੱਕ ਘੜੀ ਸਿਮਰਿਆ, ਇੱਕ ਘੜੀ ਯਾਦ ਕੀਤਾ। 4-5 ਮਿੰਟ 6 ਮਿੰਟ ਹੋਣਗੇ ਜਾਂ 12 ਮਿੰਟ ਹੋ ਸਕਦੇ, ਜਿੰਨੇ ਵੀ, ਪਰ ਉਹ ਸਿਮਰਨ ਸੀ, ਯਾਦ ਰੱਖਣਾ। ਜਪ ਹੋਰ ਚੀਜ਼ ਹੈ, ਜਪਦੇ ਅਸੀਂ ਹਾਂ, ਜਪਣਾ ਹੋਰ ਚੀਜ਼ ਹੈ, ਪਰ ਸਿਮਰਨ ਕਈ ਲੱਖਾਂ ਗੁਣਾ ਵੱਧ ਜਾਂਦਾ ਹੈ। ਯਾਦ ਜਿਹੜੀ ਉਹਦੀ ਤਾਕਤ ਬਹੁਤ ਜ਼ਿਆਦਾ ਹੈ, ਉਹਦੀ ਬਰਕਤ ਬਹੁਤ ਜ਼ਿਆਦਾ ਹੈ। ਕਹਿੰਦੇ ਜਿਸ ਵਕਤ ਉਹਨਾਂ ਨੇ ਇੱਕ ਘੜੀ ਸਿਮਰਨ ਕੀਤਾ ਤੇ ਇੱਕ ਪਾਸੇ ਉਹਨਾਂ ਦੇ ਪਾਪ ਰੱਖੇ ਗਏ, ਉਹਨਾਂ ਜੀਵਾਂ ਦੇ, ਇੱਕ ਪਾਸੇ ਨਾਮ ਦੀ ਬਰਕਤ ਰੱਖੀ ਗਈ। ਉਹ ਇੱਕ ਘੜੀ ਦਾ ਸਿਮਰਨ ਉਹਨਾਂ ਪਾਪਾਂ ਤੋਂ ਭਾਰਾ ਹੋ ਗਿਆ, ਛੁਡਾ ਦਿੱਤੇ ਸਾਰੇ, ਦਇਆ ਕੀਤੀ, ਛੁੱਟ ਗਏ। ਸਤਿਗੁਰੂ ਨੇ ਬਾਣੀ ਦੇ ਵਿੱਚ ਇਹਦੇ ਹਵਾਲੇ ਦਿੱਤੇ ਨੇ। ਇਹ ਸਾਖੀ ਭਾਵੇਂ ਬੜੀ ਪੁਰਾਣੀ ਤੇ ਮਨੌਤ ਦੇ ਆਧਾਰ ਤੇ ਵੇ, ਪਰ ਬਾਣੀ ਪੜ੍ਹੋ, ਉਹਦੇ ਵਿੱਚੋਂ ਇਸ ਸਾਖੀ ਨੂੰ ਸਿੱਧ ਕਰਨ ਦੇ ਪ੍ਰਮਾਣ ਮਿਲਦੇ ਨੇ। ਦੂਰ ਨਾ ਜਾਓ, ਸ਼ਲੋਕ ਤੁਸੀਂ ਹਰ ਰੋਜ਼ ਪੜ੍ਹੋਗੇ ਤੇ ਉਹਦੇ ਅਖੀਰ ਤੇ ਬਚਨ ਆਉਂਦਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਹੋਰ ਕਿੰਨੇ ਛੁੱਟ ਗਏ ਨਾਲ, ਕਿੰਨਿਆਂ ਦਾ ਛੁਟਕਾਰਾ ਹੋ ਗਿਆ। ਹੋਰ ਵੀ ਬਹੁਤ ਸਾਰੇ ਉਦਾਹਰਨ ਨੇ। ਤਿੰਨਾਂ ਪਿੱਛੇ ਹੋਰ ਖਾਏ ਕਨੇਰੀ, ਜਿਨ੍ਹਾਂ ਨੇ ਅੰਦਰ ਵਸਾ ਲਿਆ ਉਹਨੂੰ, ਉਹਨਾਂ ਦੇ ਪਿੱਛੇ ਹੋਰ ਵੀ ਕਈਆਂ ਨੂੰ ਖੁਰਾਕ ਮਿਲ ਜਾਂਦੀ ਹੈ, ਬੜਿਆਂ ਦਾ ਉਧਾਰ ਹੋ ਸਕਦਾ ਹੈ। ਇਸ ਕਰਕੇ ਕੀਤਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਜਿਹੜਾ ਬੰਦਾ ਆਪ ਮੁਕਤ ਹੈ, ਆਪ ਖੁੱਲ੍ਹਾ ਹੋਇਆ, ਜਿਹਦੀਆਂ ਰੱਸੀਆਂ ਖੁੱਲ੍ਹ ਗਈਆਂ ਜੀਵਨ ਦੀਆਂ, ਉਹ ਦੂਜਿਆਂ ਦੀਆਂ ਰੱਸੀਆਂ ਵੀ ਖੋਲ੍ਹ ਸਕਦੇ ਨੇ। ਔਰ ਭਗਤ ਰਵਿਦਾਸ ਜੀ ਨੇ ਕਿਹਾ, ਕਹਿੰਦੇ ਉਹਨਾਂ ਦੇ ਜੀਵਨ ਵਿੱਚ ਖੌਫ ਨਾ ਖਤਾ। ਨਾ ਖਤਾ ਦੇ ਅਰਥ ਨੇ ਗਲਤੀ, ਖੌਫ ਦੇ ਅਰਥ ਨੇ ਡਰ, ਦੋਵੇਂ ਨਹੀਂ ਹਨ। ਡਰ ਤੇ ਉਹਨਾਂ ਦੇ ਨੇੜੇ ਹੈ ਹੀ ਨਹੀਂ। ਖੌਫ ਤੋਂ ਵੀ ਉੱਚੇ ਨੇ ਤੇ ਖਤਾ ਤੋਂ ਵੀ ਉੱਚੇ ਨੇ। ਔਰ ਮੈਂ ਬੇਨਤੀ ਕਰ ਰਿਹਾ ਸੀ, ਜੇ ਐਸੇ ਮਨੁੱਖ ਦਾ ਪੈਰ ਨਰਕ ਵਿੱਚ ਪੈ ਗਿਆ, ਨਰਕ ਸਵਰਗ ਵਿੱਚ ਬਦਲ ਜਾਏਗਾ। ਵੈਸੇ ਮੈਂ ਨਰਕ ਸਵਰਗ ਸ਼ਬਦ ਵਰਤ ਰਿਹਾ, ਗੁਰਮਤਿ ਨੇ ਇਹ ਜੀਵਨ ਦੀ ਇੱਕ ਅਵਸਥਾ ਦੱਸੀ ਹੈ ਕਿ ਜੀਵਨ ਦੀ ਅਵਸਥਾ ਹੈ। ਇਹਦਾ ਅਰਥ ਹੈ, ਜਿਹੜੇ ਸੰਸਾਰੀ ਲੋਕ ਨਰਕ ਦੇ ਵਿੱਚ ਫਸੇ ਹੁੰਦੇ ਨੇ, ਜੇ ਉਹ ਸੰਗਤ ਕਰ ਲੈਣ, ਗੁਰੂ ਦੀ ਸਾਧ ਸੰਗਤ ਵਿੱਚ ਆ ਜਾਣ, ਨਾਮ ਜਪਣ ਵਾਲਿਆਂ ਦੀ ਸੰਗਤ ਕਰ ਲੈਣ, ਉਹਨਾਂ ਦੇ ਨਰਕ ਵਰਗੇ ਜੀਵਨ ਸਵਰਗ ਵਿੱਚ, ਆਨੰਦ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਜਿਹੜਾ ਜੀਵਨ ਮੁਕਤ ਵਿਅਕਤੀ ਹੈ, ਉਹਦੇ ਤੋਂ ਖਤਾ ਨਹੀਂ ਹੋ ਸਕਦੀ। ਉੱਥੇ ਤੇ ਜਿਹੜਾ ਜ਼ਹਿਰ ਹੈ ਅੰਮ੍ਰਿਤ ਵਿੱਚ ਤਬਦੀਲ ਹੁੰਦਾ ਹੈ। ਤਾਂ ਬਚਨ ਕੀਤੇ ਭਗਤ ਰਵਿਦਾਸ ਜੀ, ਕਹਿੰਦੇ ਖੌਫ ਨਾ ਖਤਾ ਨਾ ਤਰਸ, ਜਵਾਲ ਨਾ ਗੁੱਸਾ ਹੈ,
ਨਾ ਉਹ ਕਿਸੇ ਅੱਗੇ ਹੀਣੇ ਹੁੰਦੇ ਨੇ। ਤਰਸ ਦੇ ਅਰਥ ਨੇ ਹੀਣਤਾ ਵਿਖਾਉਣੀ। ਅੱਗੇ ਬਚਨ ਕੀਤੇ, ਕਹਿੰਦੇ ਅਬ ਮੋਹੇ ਖੂਬ ਵਤਨ ਗਹਿ ਪਾਈ। ਵਤਨ ਕਹਿੰਦੇ ਨੇ ਦੇਸ਼ ਨੂੰ। ਰਵਿਦਾਸ ਜੀ ਕਹਿੰਦੇ ਨੇ ਹੁਣ ਮੈਂ ਉਸ ਰੱਬ ਦੇ ਦੇਸ਼ ਵਿੱਚ ਅੰਦਰੋਂ ਨਿਵਾਸ ਕਰ ਰਿਹਾ, ਮੇਰਾ ਵਾਸਾ ਉਸ ਦੇਸ਼ ਵਿੱਚ ਹੈ। ਇਹ ਬਹੁਤ ਵੱਡੀ ਅਵਸਥਾ ਹੈ ਜਿਹਨੂੰ ਮੁਕਤੀ ਦੀ ਅੱਜ ਗੱਲ ਮੈਂ ਕਰ ਰਿਹਾ। ਰਹਿਣਾ ਇਸ ਦੇਹ ਵਿੱਚ ਤੇ ਰਹਿਣਾ ਉਸ ਦੁਨੀਆ ਦੇ ਵਿੱਚ, ਇਹਨੂੰ ਕਹਿੰਦੇ ਬਦੇਹ ਮੁਕਤ ਹੋ ਜਾਣਾ, ਦੇਹ ਤੋਂ ਪਾਰ ਚਲੇ ਜਾਣਾ। ਦੇਹ ਵਿੱਚ ਰਹਿੰਦਿਆਂ ਵੈਸੇ ਗੁਰੂ ਸਾਹਿਬ ਨੇ ਸਿੱਖ ਨੂੰ ਸਹਿਜ ਸਹਿਜ ਤੁਰਨ ਦੀ ਹਦਾਇਤ ਤਾਂ ਹੀ ਕੀਤੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਬਦੇਹ ਮੁਕਤ ਜਿਹੜਾ ਵਿਅਕਤੀ ਹੈ, ਕਈ ਵਾਰੀ ਦੇਹ ਵਿੱਚ ਹੁੰਦਿਆਂ ਇੰਨਾ ਰੱਬ ਦੇ ਨਾਮ ਦੇ ਰਸ ਵਿੱਚ ਲੀਨ ਹੋ ਜਾਂਦਾ ਹੈ ਕਿ ਉਹਨੂੰ ਦੇਹ ਦੀ ਸੁੱਧ ਬੁੱਧ ਹੀ ਖਤਮ ਹੋ ਗਈ। ਨਾ ਉਹਨੂੰ ਚੇਤਾ ਮੈਨੂੰ ਭੁੱਖ ਲੱਗੀ ਹੈ ਕਿ ਨਹੀਂ, ਨਾ ਉਹਨੂੰ ਖਿਆਲ ਮੈਨੂੰ ਪਿਆਸ ਹੈ ਕਿ ਨਹੀਂ, ਨਾ ਨੀਂਦ ਦਾ ਪਤਾ, ਨਾ ਸਮਾਜ ਦੇ ਕਾਇਦੇ ਕਾਨੂੰਨ। ਕਿਤੇ ਕਿਤੇ ਵਾਪਰ ਜਾਂਦਾ। ਸੰਪੂਰਨ ਜਿਹੜਾ ਵਿਅਕਤੀ ਡਾਇਰੈਕਟ ਸ਼ਬਦ ਦੇ ਨਾਲ ਸੰਬੰਧਿਤ ਹੋ ਜਾਂਦਾ ਹੈ, ਰਿਲੇਟਡ ਹੋ ਜਾਂਦਾ ਹੈ, ਜੁੜ ਜਾਂਦਾ ਹੈ, ਸਰੀਰ ਤੋਂ ਪਾਰ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਨਾਮ ਦਾ ਕੰਮ ਕੀ ਹੈ? ਨਾਮ ਦਾ ਕੰਮ ਹੈ, ਸ਼ਬਦ ਜਦੋਂ ਬੰਦਾ ਜਪੇਗਾ ਉਹ ਕੀ ਕਰੇਗਾ? ਉਹਨੇ ਕੰਮ ਕਿਹੜਾ ਕਰਨਾ ਹੈ? ਉਹਨੇ ਸਾਡੇ ਸਰੀਰ ਦੇ ਅੰਦਰ ਜਿੰਨੀ ਸ਼ਕਤੀ ਸਰੀਰ ਦੇ ਵਿੱਚ ਖਿਲਰੀ ਹੋਈ ਉਹਨੂੰ ਇਕੱਠੀ ਕਰਕੇ ਇੱਕ ਥਾਂ ਤੇ ਜੋੜ ਦੇਣਾ, ਧੁਨੀ ਦੇ ਵਿੱਚ ਜੋੜ ਦੇਣਾ। ਫਿਰ ਕੀ ਹੁੰਦਾ? ਸਰੀਰ ਦੇ ਕਨੈਕਸ਼ਨ ਘਟ ਜਾਂਦੇ। ਉਹਨੂੰ ਕਹਿੰਦੇ ਬਦੇਹ ਮੁਕਤ, ਦੇਹ ਵਿੱਚ ਰਹਿੰਦਾ ਹੈ। ਇਸੇ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕੀਤਾ, ਕਹਿੰਦੇ ਗੁਰਮੁਖ ਅੰਤਰ ਸਹਿਜ ਹੈ। ਗੁਰਮੁਖ ਦੇ ਅੰਦਰ ਨਾਮ ਦੁਆਰਾ ਸਹਿਜ ਆ ਗਈ। ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। 9 ਦੁਆਰਿਆਂ ਤੋਂ ਅੱਗੇ ਗੱਲ ਚਲੀ ਗਈ। 9 ਦੁਆਰੇ ਨੇ ਨਾ ਸਰੀਰ ਦੇ, ਜਿਨ੍ਹਾਂ ਨਾਲ ਅਸੀਂ ਸੰਸਾਰ ਨਾਲ ਜੁੜਨੇ ਆ। ਅੱਖਾਂ ਨੇ, ਨਾਸਕਾ ਹੈ, ਮੂੰਹ ਹੈ, ਕੰਨ ਨੇ, ਇਹਨਾਂ ਨਾਲ ਸੰਸਾਰ ਨਾਲ ਜੁੜੀਦਾ ਹੈ। ਤੇ ਜਿਨ੍ਹਾਂ ਨੇ ਭੁਗਤ ਦੇ ਵਿੱਚ ਰਹਿ ਕੇ ਗੁਰੂ ਕੋਲੋਂ ਜੁਗਤ ਸਿੱਖ ਲਈ, ਸ਼ਬਦ ਦੀ ਕੀਤੀ ਕਮਾਈ, ਤੇ ਜਦੋਂ ਮੁਕਤੀ ਮਿਲੀ ਕੀ ਹੋਇਆ? 9ਵਾਂ ਤੋਂ ਪਾਰ ਜਾਣ ਲੱਗ ਪਿਆ। 10ਵਾਂ ਆਕਾਸ਼। 10ਵੇਂ ਆਕਾਸ਼ ਦਾ ਅਰਥ ਸ਼ਬਦ ਵਿੱਚ ਲੀਨ ਹੋਣਾ। 10ਵਾਂ ਆਕਾਸ਼ ਠੀਕ ਇਹਦੀ ਬੜੀ ਵਿਆਖਿਆ ਹੋਵੇਗੀ ਯੋਗ ਮਤ ਵਿੱਚ। ਅਸੀਂ ਵੀ ਕੁਝ ਉਹਨਾਂ ਦੀ ਰੀਸ ਕੀਤੀ, ਵਿਸ਼ਵਾਸ ਬੰਦ ਕਰੋ, ਇਹ ਕਰੋ। ਮੈਂ ਬੇਨਤੀ ਕਰਾਂ, ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ। ਸਿੱਖ ਦਾ 10ਵਾਂ ਆਕਾਸ਼ ਜਿਹੜਾ ਗੁਰੂ ਕਾ ਸ਼ਬਦ ਹੈ, ਉਹਦੇ ਵਿੱਚ ਜਿਹਦੀ ਸੁਰਤ ਲੀਨ ਹੋ ਗਈ, ਉਹਦੇ ਵਿੱਚ ਸਾਰੀਆਂ ਬਰਕਤਾਂ ਨੇ। ਉਹਨੂੰ ਇੱਕ ਇੱਕ ਚੀਜ਼ ਨਹੀਂ ਖੋਲ੍ਹਣੀ ਪੈਣੀ ਵੀ ਇਹ ਤ੍ਰਿਕੁਟੀ ਹੈ, ਇਹ 3 ਨਾੜੀਆਂ ਨੇ, ਜਿਹੜਾ ਪਿੰਗਲਾ ਹੈ, ਕਿ ਇਹ 3 ਪਦ ਲੰਘ ਕੇ ਚੌਥੇ ਵਿੱਚ ਜਾਣਾ। ਨਹੀਂ, ਉਹਦੇ ਸਾਰੇ ਦਾਸ ਨੇ ਸ਼ਬਦ ਦੇ। ਸਤਿਗੁਰੂ ਨੇ ਕਿਹਾ, ਜਿਸ ਮਨੁੱਖ ਨੇ ਨਾਮ ਨਾਲ ਆਪਣੀ ਸੁਰਤ ਜੋੜੀ, ਪਿਆਰ ਕੀਤਾ, ਉਹਦੇ ਜੀਵਨ ਵਿੱਚ ਕੀ ਹੋਇਆ? ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼। ਫਿਰ ਉੱਥੇ ਕੀ ਹੈ? ਕਹਿੰਦੇ ਤਿੱਥੈ ਉਂਗ ਨਾ ਭੁੱਖ ਹੈ, ਹਰਿ ਆਤਮ ਰਾਮ ਸੁਖ ਵਾਸ। ਨਾ ਉੱਥੇ ਨੀਂਦ, ਨਾ ਭੁੱਖ, ਨਾ ਗਰਮੀ, ਨਾ ਸਰਦੀ, ਕੁਝ ਨਹੀਂ ਵਿਆਪਦੀ। ਬਾਬਾ ਕਬੀਰ ਜੀ ਨੇ ਵੀ ਇਹਦੀ ਵਿਆਖਿਆ ਕੀਤੀ। ਉਹਨਾਂ ਨੇ ਹੋਰ ਢੰਗ ਨਾਲ ਗੱਲ ਉਹੀ ਹੈ, ਆਪਣੇ ਆਪਣੇ ਜਿਵੇਂ ਜਿਵੇਂ ਕਿਸੇ ਨੂੰ ਤਜਰਬੇ ਹੋਏ। ਉਹ ਕਹਿੰਦੇ ਮੂੰਦ ਲੀਏ ਦਰਵਾਜੇ। ਦਰਵਾਜੇ ਮੂੰਦ ਲੀਏ, ਮੂੰਦਣ ਦਾ ਅਰਥ ਹੈ ਬੰਦ ਕਰ ਲੈਣਾ। ਦਰਵਾਜੇ ਕਿਹੜੇ ਨੇ? ਅੱਖਾਂ, ਮੂੰਹ, ਕੰਨ। ਇਹ ਦਰਵਾਜੇ ਕਹਿੰਦੇ ਬੰਦ ਹੋ ਗਏ, ਇਹਨਾਂ ਵਿੱਚੋਂ ਧਿਆਨ ਨਿਕਲ ਗਿਆ। ਕਿਉਂਕਿ ਇਹਨਾਂ ਨੇ ਤੇ ਵਿਚਾਰਿਆਂ ਨੇ ਤਾਂ ਹੀ ਕੰਮ ਕਰਨਾ ਜੇ ਇਹਨਾਂ ਵਿੱਚ ਧਿਆਨ ਰਹੇਗਾ। ਮਨ ਅੱਖਾਂ ਵਿੱਚ ਰਹੇਗਾ, ਕੰਨਾਂ ਵਿੱਚ ਰਹੇਗਾ, ਤਾਂ ਕੰਮ ਕਰਨਗੇ।
ਕਬੀਰ ਸਾਹਿਬ ਕਹਿੰਦੇ ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮਿਰਗ ਉਹ ਜਿਹੜਾ ਫਸਲ ਨੂੰ ਉਜਾੜ ਜਾਂਦਾ ਹੈ। ਕਹਿੰਦੇ ਮੈਨੂੰ ਉਹਨਾਂ ਦਰਵਾਜ਼ਿਆਂ ਦਾ ਪਤਾ ਲੱਗ ਗਿਆ ਜਿੱਥੋਂ ਵਿਕਾਰਾਂ ਰੂਪੀ ਮਿਰਗ ਅੰਦਰ ਵੜ ਕੇ ਸਾਡਾ ਅੰਮ੍ਰਿਤ ਖੋਹ ਕੇ ਲੈ ਜਾਂਦੇ ਨੇ। ਉਹ ਬੰਦ ਕਰ ਦਿੱਤੇ। ਫਿਰ ਉਹਦੇ ਤੱਕ ਚਲੇ ਗਏ। ਇਸ ਅਵਸਥਾ ਦਾ ਹੋਰ ਵੀ ਵਰਣਨ ਕੀਤਾ। ਉਹ ਕਹਿੰਦੇ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਇਹ ਉਸ ਅਵਸਥਾ ਦਾ ਜ਼ਿਕਰ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਜੀਵਨ ਮੁਕਤੀ ਕਿਹਾ। ਦੋਏ ਦੋਏ ਲੋਚਨ ਪੇਖਾਂ, ਇਹਨਾਂ ਦੋਵਾਂ ਅੱਖਾਂ ਨਾਲੋਂ ਰੱਬ ਨੂੰ ਦੇਖ ਲੈਂਦੇ। ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਫਿਰ ਇਹਦੀ ਇੱਕ ਹੋਰ ਵੀ ਨਿਸ਼ਾਨੀ ਦਿੱਤੀ। ਕਹਿੰਦੇ ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਇਹ ਦੋਵੇਂ ਚੀਜ਼ਾਂ ਹੀ ਤੇ ਬੰਦੇ ਨੂੰ ਸਤਾਉਂਦੀਆਂ ਨੇ। ਭਰਮ, ਭਰਮ ਦਾ ਅਰਥ ਹੈ ਤੌਖਲਾ, ਚਿੰਤਾ, ਅੰਦਰ ਇੱਕ ਰੁੱਖਾਪਣ ਜਿਹਾ ਬਣਿਆ ਰਹਿਣਾ। ਕਹਿੰਦੇ ਇਹ ਜਿੱਦਣ ਇਹ ਗੱਲ ਬਣ ਗਈ ਉਦਣ ਅੰਦਰੋਂ ਰੁੱਖਾਪਣ ਚਲਾ ਗਿਆ, ਰਸ ਨਾਲ ਜੀਵਨ ਭਰਿਆ ਗਿਆ। ਤੇ ਜਦੋਂ ਭਰਮ ਗਿਆ ਤੇ ਨਾਲ ਹੀ ਭਉ ਵੀ। ਭਉ ਦਾ ਅਰਥ ਹੈ ਡਰ। ਡਰ ਉਹਨਾਂ ਚਿਰ ਹੈ ਜਿੰਨਾ ਚਿਰ ਭਰਮ ਹੈ ਬੰਦੇ ਵਿੱਚ। ਜਬ ਰਾਮ ਨਾਮ ਚਿਤ ਲਾਗਾ। ਫਿਰ ਦੁਨੀਆ ਵਿੱਚ ਐਸੇ ਲੋਕ ਕਿਵੇਂ ਰਹਿੰਦੇ ਨੇ? ਧਿਆਨ ਦਿਓ। ਰਹਿੰਦੇ ਅਸੀਂ ਵੀ ਹਾਂ, ਰਹਿੰਦੇ ਜੀਵਨ ਮੁਕਤ ਵੀ ਨੇ। ਅਜੇ ਹੈਨ ਦੁਨੀਆ ਦੇ ਵਿੱਚ, ਸਰੀਰ ਨਹੀਂ ਛੱਡਿਆ ਪਰ ਜੀਵਨ ਤੋਂ ਮੁਕਤ ਨੇ, ਸਰੀਰ ਤੋਂ ਮੁਕਤ। ਉਹ ਕਿਵੇਂ ਰਹਿੰਦੇ ਨੇ? ਅੱਗੇ ਬਚਨ ਕੀਤੇ। ਕਹਿੰਦੇ ਬਾਜੀ ਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਆ ਜਿਹੜੇ ਮਦਾਰੀ ਦੀ ਖੇਡ ਖੇਡਦੇ ਨੇ, ਬਾਜ਼ਾਰ ਵਿੱਚ ਗਏ, ਮਦਾਰੀ ਲਾ ਦਿੱਤੀ, ਲੋਕ ਵੇਖਣ ਵਾਲੇ ਆ ਗਏ। ਹਜ਼ਾਰਾਂ ਬੰਦੇ ਉਹਨੂੰ ਵਹਿੰਦੇ ਨੇ ਪਰ ਉਹ ਨਹੀਂ ਕਿਸੇ ਨੂੰ ਵਹਿੰਦਾ। ਉਹ ਆਪਣੇ ਕੰਮ ਵੱਲ ਧਿਆਨ ਰੱਖਦਾ ਹੈ, ਉਹ ਆਪਣਾ ਕੰਮ ਕਰੀ ਜਾਂਦਾ। ਤੇ ਉਹ ਮਦਾਰੀ ਨਾਲ ਕਈ ਚੀਜ਼ਾਂ ਕੱਢ ਕੱਢ ਕੇ ਲੋਕਾਂ ਨੂੰ ਵਿਖਾਉਂਦਾ ਹੈ, ਪਰ ਉਹਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਇਹ ਝੂਠੀਆਂ ਨੇ ਸਾਰੀਆਂ, ਇਹ ਅੱਖਾਂ ਦਾ ਭੁਲੇਖਾ ਹੈ ਬਸ। ਜਿਹੜਾ ਮਨੁੱਖ ਜੀਵਨ ਮੁਕਤ ਹੋ ਗਿਆ ਨਾ, ਉਹ ਬਾਜੀਗਰ ਦੀ ਖੇਡ ਇੱਥੇ ਜ਼ਰੂਰ ਖੇਡਦਾ ਹੈ। ਉਹਦਾ ਪਰਿਵਾਰ ਵੀ ਭਾਵੇਂ ਹੋਵੇ, ਉਹਦਾ ਕਾਰੋਬਾਰ ਵੀ ਭਾਵੇਂ ਹੋਵੇ, ਉਹ ਦੁਨੀਆ ਵਿੱਚ ਵਿਚਰਦਾ ਵੀ ਹੋਵੇ, ਪਰ ਉਸ ਬਾਜੀਗਰ ਵਾਂਗੂ ਉਹਨੂੰ ਪਤਾ ਹੁੰਦਾ ਹੈ ਵੀ ਸੱਜਣਾ ਇਹ ਤੇ ਚੀਜ਼ਾਂ ਵਕਤੀ ਨੇ, ਅੱਜ ਆਈਆਂ ਨੇ, ਧਨ ਆਇਆ ਪਤਾ ਨਹੀਂ ਕਿੰਨਾ ਚਿਰ ਹੈ, ਇਹ ਸਦਾ ਵਾਸਤੇ ਮੇਰਾ ਨਹੀਂ। ਇਹ ਬਾਜੀਗਰ ਬਿਰਤੀ ਹੈ। ਬਾਜੀਗਰ ਬਿਰਤੀ ਦੇ ਵਿੱਚ ਬੇਚਿੰਤਤਾਈ ਹੈ। ਕਹਿੰਦੇ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਇੰਨੇ ਲੋਕਾਂ ਵਿੱਚ ਗਿਆ, ਮਦਾਰੀ ਦੀ ਖੇਡ ਸਮਾਪਤ ਕੀਤੀ, ਸਮਾਨ ਸਕੇਲਾ ਦਾ ਅਰਥ ਇਕੱਠਾ ਕਰ ਲਿਆ ਤੇ ਆਪਣੀ ਧੁਨ ਵਿੱਚ ਹੀ ਤੁਰ ਗਿਆ। ਜਿਹੜਾ ਮਨੁੱਖ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਉਹ ਸਮਾਜ ਦੇ, ਸੰਸਾਰ ਦੇ ਖਿਲਾਰੇ ਦੇ ਵਿੱਚ ਰਹਿੰਦਾ ਹੋਇਆ ਵੀ ਇਕੱਲਾ ਰਹਿੰਦਾ। ਹਰ ਸਿਮਰਨ ਬਹੁ ਮਾਹੇ ਅਕੇਲਾ, ਸਾਰਿਆਂ ਦੇ ਵਿੱਚ ਰਹਿ ਕੇ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਪਰ ਅੱਗੇ ਕਬੀਰ ਜੀ ਨੇ ਇੱਕ ਸੁਚੇਤ ਕਰ ਦਿੱਤਾ, ਕਹਿਣ ਲੱਗੇ ਸੱਜਣੋ, ਮੁਕਤੀ ਦੀ ਵਿਆਖਿਆ ਲੋਕਾਂ ਨੇ ਲਿਖੀ ਵੀ ਬੜੀ ਹੈ, ਲੋਕਾਂ ਨੇ ਬੋਲੀ ਵੀ ਬੜੀ ਹੈ, ਯਾਦ ਵੀ ਕਈਆਂ ਨੂੰ, ਕਿਤਾਬਾਂ ਵੀ ਲਿਖੀਆਂ ਗਈਆਂ, ਪਰ ਇਸ ਤਰ੍ਹਾਂ ਨਹੀਂ ਜੇ ਵਾਪਰਦੀ ਇਹ ਗੱਲ। ਕਿਵੇਂ ਹੁੰਦੀ? ਅੱਗੇ ਬਚਨ ਕੀਤੇ। ਕਹਿੰਦੇ ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਲੈ ਰਹੀ ਲੋਕਾਈ। ਸਾਰੀ ਦੁਨੀਆ ਕਹਿੰਦੀ ਹੈ ਮੁਕਤੀ ਇਹ ਹੁੰਦੀ ਹੈ, ਨਾਮ ਇਹ ਹੁੰਦਾ ਹੈ। ਬਹੁਤੇ ਤੇ ਲੋਕ ਪਹਿਲੇ ਦਿਨ ਧਰਮ ਦੀ ਗੱਲ ਹੀ 10ਵੇਂ ਦੁਆਰੇ ਤੋਂ ਸ਼ੁਰੂ ਕਰਦੇ ਨੇ।
ਉਹ ਆ ਕੇ ਪੁੱਛਣਗੇ, ਅੱਛਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ? ਉਹ ਵਿਚਾਰਾ ਸਿੱਧਾ ਸਾਦਾ ਆਦਮੀ ਹੁੰਦਾ, ਕਹਿੰਦੇ ਜੀ ਮੰਨਨੇ, ਅੰਮ੍ਰਿਤ ਛਕਿਆ। ਕਹਿੰਦੇ ਤੁਹਾਡਾ 10ਵਾਂ ਦੁਆਰਾ ਖੁੱਲ੍ਹਾ ਹੋਇਆ। ਵੇਖੋ ਗੱਲ, ਇੱਥੋਂ ਗੱਲ ਸ਼ੁਰੂ ਹੋਏਗੀ ਪਹਿਲੇ ਦਿਨ। ਇਹ ਕੀ ਹੈ? ਇਹ ਸਿਰਫ ਗੱਲਾਂ ਵਿੱਚ ਹੈ ਸਾਰਾ ਕੁਝ। ਕਹਿੰਦੇ ਜੇ ਨਹੀਂ ਖੁੱਲ੍ਹਿਆ ਤੇ ਫਿਰ ਕੁਝ ਵੀ ਨਹੀਂ। ਪਰ ਸਿੱਖ ਇੱਕ ਗੱਲ ਕਹਿੰਦਾ, ਜਿਹਨੂੰ ਗੁਰੂ ਤੇ ਵਿਸ਼ਵਾਸ ਹੈ, ਉਹ ਕਹਿੰਦਾ ਮੇਰੇ ਗੁਰੂ ਦੀ ਬਰਕਤ ਦੇ ਵਿੱਚ ਇੱਕ 10ਵਾਂ ਦੁਆਰਾ ਨਹੀਂ, ਹਜ਼ਾਰਾਂ 10ਵਾਂ ਦੁਆਰੇ ਉਹਦੀਆਂ ਪਰਿਕਰਮਾ ਕਰਦੇ ਨੇ, ਮੈਨੂੰ ਉਹਦੀ ਲੋੜ ਨਹੀਂ। ਬੰਦੇ ਦਾ ਵਿਸ਼ਵਾਸ ਤੋੜਨ ਵਾਸਤੇ ਗੱਲਾਂ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਮੰਨਣਾ ਮਾੜੀ ਗੱਲ ਨਹੀਂ, ਪਰ ਬੰਦਾ ਅਜੇ ਬੱਚਾ ਜਾ ਰਿਹਾ ਪਹਿਲੀ ਕਲਾਸ ਵਿੱਚ, ਉਹਨੂੰ ਕਹਿੰਦੇ ਨੇ ਤੈਨੂੰ ਇਹ ਪਤਾ DC ਦਾ ਰੁਤਬਾ ਕੀ ਹੁੰਦਾ? ਨਹੀਂ, ਇਹ ਗੱਲ ਠੀਕ ਨਹੀਂ। ਉਹ ਜਦੋਂ ਪੜ੍ਹੇਗਾ, ਵਧੇਗਾ, ਉਹਨੂੰ ਸਾਰੀਆਂ ਗੱਲਾਂ ਆਪੇ ਪਤਾ ਲੱਗ ਜਾਣ। ਜਿਵੇਂ ਆਪਾਂ ਇੱਕ ਬੱਚਾ ਜਨਮ ਲਿਆ, ਅਜੇ 7-8 ਸਾਲ ਦਾ, ਉਹਨੂੰ ਬੰਦਾ ਪੁੱਛਣ ਲੱਗ ਜਾਏ ਤੈਨੂੰ ਪਤਾ ਹੈ ਗ੍ਰਸਤ ਕੀ ਹੁੰਦਾ ਹੈ, ਰਿਸ਼ਤੇਦਾਰਾਂ ਵਿੱਚ ਕਿਵੇਂ ਵਰਤੀਦਾ, ਬੁਢੇਪਾ ਕਿਵੇਂ ਹੁੰਦਾ ਹੈ, ਇਸ ਤਰ੍ਹਾਂ ਨਹੀਂ ਉਹਨੂੰ ਪਤਾ ਲੱਗੇਗਾ। ਸਮਾਂ ਪਾ ਕੇ ਜਦੋਂ ਉਹ ਖੁਰਾਕ ਖਾਏਗਾ, ਉਹਦਾ ਸਰੀਰ ਵੱਧ ਜਾਏਗਾ, ਫਿਰ ਉਹਦੇ 'ਤੇ ਜਵਾਨੀ ਆਏਗੀ। ਜਿੱਦਣ ਜਵਾਨੀ ਆਏਗੀ ਉਹਨੂੰ ਆਪੇ ਪਤਾ ਲੱਗ ਜਾਏਗਾ ਜਵਾਨੀ ਕੀ ਹੁੰਦੀ ਹੈ। ਜਿੱਦਣ ਬੁਢੇਪਾ ਆ ਜਾਏਗਾ ਉਦਣ ਆਪੇ ਸਮਝ ਆ ਜਾਏਗੀ ਬੁਢੇਪਾ ਹੁੰਦਾ ਹੈ। ਅਜੇ ਬੰਦਾ ਤੇ ਤੁਰਿਆ ਪਹਿਲੇ ਦਿਨ ਉਹਨੂੰ ਕਹਿੰਦੇ ਵੀ ਤੇਰੇ ਕੋਲ ਇਹ ਹੈ ਕਿ ਨਹੀਂ, ਤੈਨੂੰ ਇਹ ਸੁਣਿਆ ਕਿ ਨਹੀਂ ਅਜੇ? ਇਹ ਕਿਵੇਂ ਦੀ ਗੱਲ ਹੋ ਸਕਦੀ ਹੈ? ਕਬੀਰ ਜੀ ਕਹਿੰਦੇ ਬੜੀ ਦੁਨੀਆ ਨੇ ਤੋਤਾ ਰਟਨੀ ਕਰਕੇ ਸਾਰੀਆਂ ਗੱਲਾਂ ਸਿੱਖ ਲਈਆਂ ਨੇ, ਇਹ ਅਨਹਦ ਹੈ ਜੀ, ਇਹ ਫਲਾਣਾ ਹੈ। ਨਹੀਂ ਵਾਪਰਦਾ। ਕੁਝ ਇਮਾਨਦਾਰ ਬੰਦੇ ਨੇ ਉਹ ਤੇ ਫੋਨ ਕਰਕੇ ਦੱਸ ਦਿੰਦੇ ਨੇ, ਕਹਿੰਦੇ ਕੁਝ ਵੀ ਨਹੀਂ ਹੋਇਆ ਅਜੇ। ਤੇ ਜਿਨ੍ਹਾਂ ਨੇ ਉੱਤੇ ਕੱਪੜੇ ਪਾਏ ਹੋਏ ਨੇ ਭਰਮ ਦੇ, ਉਹ ਨਹੀਂ ਕਹਿੰਦੇ, ਕਹਿੰਦੇ ਵੱਜ ਗਿਆ ਸਾਰਾ ਕੁਝ, ਸਭ ਖੁੱਲ੍ਹ ਗਿਆ, ਖੁੱਲ੍ਹੇ ਹੀ ਹੋਇਆ, ਹੋਰ ਕੀ ਹੈ। ਇਹ ਗੱਲਾਂ ਕਥਨੀ ਕਹਿਣ ਦੀਆਂ ਨਹੀਂ, ਇਹ ਗੱਲਾਂ ਹੰਡਾਉਣ ਦੀਆਂ ਨੇ, ਵਾਪਰਦੀਆਂ ਨੇ ਜੀਵਨ ਵਿੱਚ, ਗੁਰਸਿੱਖ ਦੇ ਜੀਵਨ ਵਿੱਚ ਵੀ ਵਾਪਰਦੀਆਂ ਨੇ। ਪਰ ਕਬੀਰ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ। ਇੱਕ ਗੂੰਗੇ ਮਨੁੱਖ ਦੇ ਹੱਥ ਤੇ ਕਿਸੇ ਗੁੜ ਰੱਖ ਦਿੱਤਾ, ਉਹਨੇ ਖਾ ਲਿਆ। ਕਹਿੰਦਾ ਇਹਨੂੰ ਬੋਲ ਕੇ ਦੱਸ ਕਿਵੇਂ ਦਾ ਹੈ। ਬੋਲਣ ਲੱਗਦਾ ਹੈ, ਆਵਾਜ਼ ਤੇ ਨਿਕਲਦੀ ਏ, ਸ਼ਬਦ ਨਹੀਂ ਬਣਦੇ। ਬਸ ਕੀ ਕਰਦਾ ਹੈ, ਜਾਂ ਹੱਸ ਦਿੰਦਾ ਹੈ, ਜਾਂ ਰੋ ਦਿੰਦਾ ਹੈ, ਜਾਂ ਚੁੱਪ ਕਰ ਜਾਂਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਐ। ਉਹ ਕੀ ਕਹੇਗਾ? ਕਹਿਣ ਤੋਂ ਪਾਰ ਦੀ ਗੱਲ ਹੈ। ਇਸ ਲਈ ਕਬੀਰ ਜੀ ਕਹਿੰਦੇ ਕਥਨੀ ਕਹਿ ਭਰਮ ਨਾ ਜਾਈ। ਇਹ ਕਹਿਣ ਦੀਆਂ ਗੱਲਾਂ ਨਾਲ ਗੱਲ ਨਹੀਂ ਹੁੰਦੀ। ਸਭ ਕਥ ਕਥ ਰਹੀ ਲੁਕਾਈ, ਜਾਂ ਕੋ ਗੁਰਮੁਖ ਆਪ ਬੁਝਾਈ, ਤਾਂ ਕੈ ਹਿਰਦੈ ਰਹਾ ਸਮਾਈ। ਇਹ ਤੇ ਰੱਬ ਆਪ ਹੀ ਵਰਤ ਜਾਏ ਵਿੱਚ। ਬਸ ਅਜਿਹਾ ਹੋਇਆ ਕਿ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਸੰਪਾਦਨਾ ਕਰਵਾਈ। ਇੱਕ ਤੇ ਪਹਿਲੀ ਕਰਾਈ ਗੁਰੂ ਅਰਜਨ ਦੇਵ ਜੀ ਨੇ, ਉਹਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਸੀ। ਤਾਂ ਜਦੋਂ ਗੁਰਤਾ ਗੱਦੀ ਦੇਣੀ ਸੀ ਤੇ ਇਤਿਹਾਸ ਕਹਿੰਦਾ ਹੈ ਵੀ ਦਮਦਮਾ ਸਾਹਿਬ ਵਿੱਚ ਹੋਈ। ਕੁਝ ਸੱਜਣ ਕਹਿੰਦੇ ਆਨੰਦਪੁਰ ਸਾਹਿਬ ਵਿੱਚ। ਚਲੋ ਕਿਤੇ ਵੀ ਹੋਈ, ਪਰ ਗੱਲ ਤਾਂ ਹੋਈ। ਗੱਲ ਇਹ ਹੈ ਸਤਿਗੁਰਾਂ ਨੇ ਤਿਆਰੀ ਕਰ ਲਈ, ਕਲਗੀਧਰ ਪਾਤਸ਼ਾਹ ਨੇ। ਲਿਖਾਰੀ ਆ ਗਏ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਕਲਮਾਂ ਦੇ ਪ੍ਰਬੰਧ ਹੋ ਗਏ, ਕਨਾਤਾਂ ਲੱਗ ਗਈਆਂ, ਪਹਿਰੇ ਲੱਗ ਗਏ, ਤਿਆਰੀ ਹੋ ਗਈ। ਕੀ ਕਰਨਾ? ਗੁਰੂ ਗ੍ਰੰਥ ਸਾਹਿਬ ਨਵੇਂ ਸਿਰਿਓਂ ਲਿਖਣੇ ਨੇ। ਕਹਿੰਦੇ ਸਤਿਗੁਰੂ ਸਵੇਰੇ ਬਾਣੀ ਲਿਖਾਉਂਦੇ ਸਨ। ਜਿਹੜੀ ਬਾਣੀ ਉਹਨਾਂ ਨੇ ਲਿਖਾਉਂਦੇ ਸਨ, ਸਵੇਰ ਦਾ ਵਕਤ ਹੁੰਦਾ ਸੀ, ਕੋਈ 1 ਵਜੇ ਤੱਕ ਲਿਖਾਉਂਦੇ ਰਹਿੰਦੇ। 5-7 ਅੰਕ ਲਿਖ ਦਿੰਦੇ, ਲਿਖਾ ਦਿੰਦੇ।
ਹਜ਼ੂਰ ਬੋਲਦੇ ਕਲਗੀਧਰ ਪਾਤਸ਼ਾਹ ਤੇ ਲਿਖਾਰੀ ਲਿਖ ਲੈਂਦੇ। ਇਤਿਹਾਸ ਨੇ ਤੇ ਇੱਥੋਂ ਤੱਕ ਭਾਵਨਾ ਲਿਖੀ ਏ ਬਈ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਉਹਨਾਂ ਕੋਲ ਨਹੀਂ ਸੀ, ਉਹਨਾਂ ਨੇ ਸਿੱਧਾ ਡਾਇਰੈਕਟ ਲਿਖਾਇਆ ਆਪ। ਇਹ ਕਰ ਸਕਦਾ ਗੁਰੂ, ਕੋਈ ਸ਼ੱਕ ਨਹੀਂ। ਚਲੋ ਇਤਿਹਾਸ ਇਹ ਸਿੱਧ ਕਰ ਦੇਗਾ ਵੀ ਪਹਿਲੇ ਸਰੂਪ ਹੈ ਸਨ ਕੋਲ, ਪਰ ਸਿੱਖ ਦੀ ਅਕੀਦਤ ਤੇ ਸ਼ਰਧਾ ਇਹ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਕੰਠ ਸੀ, ਕੋਈ ਬਹੁਤੀ ਵੱਡੀ ਗੱਲ ਨਹੀਂ। ਲਿਖਾ ਸਕਦੇ ਨੇ, ਸਿੱਧਾ ਵੀ ਕਨੈਕਸ਼ਨ ਕਰ ਸਕਦੇ ਨੇ, ਬ੍ਰਹਿਮੰਡ ਦੇ ਰਾਹੀਂ ਗਿਆਨ ਖਿੱਚ ਸਕਦੇ ਨੇ, ਜਿਹੜਾ ਮਰਜ਼ੀ। ਉਹਨਾਂ ਨੇ ਲਿਖਾਇਆ ਤੇ ਕੀ ਕਰਦੇ ਨੇ ਉੱਥੇ, ਕਹਿੰਦੇ ਨੇ 40-50 ਸਿੱਖ ਸਨ ਉੱਥੇ, ਜਿਹੜੀ ਬਾਣੀ ਸਵੇਰੇ ਲਿਖਵਾਉਂਦੇ, ਫਿਰ ਸ਼ਾਮ ਦਾ ਦੀਵਾਨ ਸਜਦਾ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਉਹ ਸਵੇਰ ਵਾਲੀ ਬਾਣੀ ਦੀ ਆਪ ਵਿਆਖਿਆ ਕਰਦੇ ਹੁੰਦੇ ਸਨ, ਕਥਾ ਕਰਦੇ ਉਹਦੀ। ਉਹ ਸਾਰੇ ਸਿੱਖ 40-42 ਜਿਹੜੇ ਸਰੀਰ ਸਨ ਸਾਰੇ ਸੁਣਦੇ ਸਨ। ਇਹ ਕੰਮ ਕਹਿੰਦੇ ਨੇ 9 ਮਹੀਨੇ ਤੇ 9 ਦਿਨ ਚੱਲਦਾ ਰਿਹਾ, ਹਰ ਰੋਜ਼ ਨਿਰੰਤਰ। ਸਵੇਰੇ ਬਾਣੀ ਉਚਾਰਨੀ ਗੁਰੂ ਕਲਗੀਧਰ ਪਾਤਸ਼ਾਹ ਨੇ, ਉਹ ਲਿਖੀ ਜਾਣੀ। ਸ਼ਾਮ ਨੂੰ ਇੱਕ ਸਿੰਘ ਨੇ ਨਾਲ ਪੜ੍ਹਨੀ, ਜਿਵੇਂ ਟਕਸਾਲੀ ਸਿੰਘ ਹੁਣ ਕਥਾ ਕਰਦੇ ਨੇ, ਇੱਕ ਪੜ੍ਹਦਾ ਹੈ ਦੂਸਰੇ ਉਹਦੀ ਵਿਆਖਿਆ ਕਰਦੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸ਼ਾਮ ਦੇ ਦੀਵਾਨ ਵਿੱਚ ਉਹਨਾਂ ਨੇ 2 ਘੰਟੇ ਕਥਾ ਕਰਨੀ। ਕਦੀ ਸੋਚੋ ਕਿੰਨਾ ਸੋਹਣਾ ਸਮਾਂ ਹੋਵੇਗਾ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਰਸਨਾ ਤੋਂ ਲੋਕ ਕਥਾ ਸੁਣਦੇ ਹੋਣਗੇ। ਉੱਥੇ ਕਥਾ ਹੁੰਦੀ ਤੇ ਉਹ 40-42 ਸਰੀਰ ਸੁਣਦੇ ਰਹੇ, ਤੇ ਜਦੋਂ ਉਹਨਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਪੂਰਨ ਕਰ ਦਿੱਤੀ 9-9.5 ਮਹੀਨਿਆਂ ਵਿੱਚ, ਤੇ ਕੁਝ ਤੇ ਸਰੀਰ ਐਸੇ ਸਨ ਜਿਹੜੇ ਅੱਧ ਵਿੱਚ ਹੀ ਬਦੇ ਮੁਕਤ ਹੋ ਗਏ, ਸੁਣਦਿਆਂ ਸੁਣਦਿਆਂ ਦੇਹ ਤੋਂ ਪਾਰ ਚਲੇ ਗਏ। ਸਾਰੀ ਸੁਣਦਿਆਂ ਸੁਣਦਿਆਂ ਤੇ ਤਕਰੀਬਨ ਸਾਰੇ ਹੀ ਦੇਹ ਤੋਂ ਪਾਰ ਚਲੇ ਗਏ, ਬਦੇ ਮੁਕਤ ਹੋ ਗਏ। ਦੇਹ ਦੇ ਹੁੰਦਿਆਂ ਗੰਢ ਖੁੱਲ ਗਈ ਅੰਦਰੋਂ। ਸਰੀਰ ਹੈ ਪਰ ਸਰੀਰ ਨਾਲ ਸੰਬੰਧ ਕੋਈ ਨਹੀਂ, ਦੁਨੀਆ ਪਾਰ, ਰਸ ਵਿੱਚ ਲੀਨ, ਕਿਸੇ ਨਸ਼ੇ ਵਿੱਚ ਇੰਨੇ ਗੁੱਟ ਹੋ ਗਏ ਕਿ ਬਾਹਰਲਾ ਸਾਰਾ ਕੁਝ ਮਿੱਟੀ ਹੋ ਗਿਆ। ਇਹਨੂੰ ਕਹਿੰਦੇ ਜੀਵਨ ਮੁਕਤੀ ਦੀ ਅਵਸਥਾ ਆ ਗਈ। ਹੁਣ ਉਹਨਾਂ ਦੀ ਦਸ਼ਾ ਕਿਵੇਂ ਦੀ ਹੈ? ਸਵੇਰੇ ਜਿੱਥੇ ਬਹਿੰਦੇ ਨੇ ਸ਼ਾਮ ਤੱਕ ਉੱਥੇ ਹੀ ਬੈਠੇ ਰਹਿੰਦੇ ਨੇ। ਜੇ ਆ ਕੇ ਕਿਸੇ ਉਠਾਇਆ ਵੀ ਚਲੋ ਉੱਠ ਪੈਂਦੇ, ਨਹੀਂ ਤੇ ਬੈਠ ਜਾਂਦੇ। ਜੇ ਬਾਹਰ ਬੈਠੇ ਨੇ ਬਾਰਿਸ਼ ਆ ਗਈ ਬਾਰਿਸ਼ ਵਿੱਚ ਹੀ ਬੈਠੇ ਹੋਏ ਨੇ, ਜੇ ਧੁੱਪ ਲੱਗ ਗਈ ਧੁੱਪ ਵਿੱਚ। ਦੇਹ ਨਾਲੋਂ ਸੰਪਰਕ ਘਟ ਗਿਆ। ਸਤਿਗੁਰੂ ਇੱਕ ਦਿਨ ਲੰਗਰ ਵੱਲ ਗਏ, ਕਹਿੰਦੇ ਬਈ ਕੋਈ ਬਾਲਣ ਨਹੀਂ, ਨਾ ਕਿਸੇ ਨੇ ਇੱਥੇ ਸਫਾਈ ਕੀਤੀ ਹੈ, ਕੋਈ ਸੇਵਾ ਨਹੀਂ ਹੋ ਰਹੀ। ਇੱਥੇ ਕੀ ਹੋਇਆ ਹੈ? ਕਿੱਧਰ ਗਏ ਸਾਰੇ ਸੇਵਾਦਾਰ? ਇੱਥੇ ਤਾਂ ਲਹਿਰਾਂ ਬਹਿਰਾਂ ਹੁੰਦੀਆਂ ਸੀ ਲੰਗਰ ਵਿੱਚ, ਤੇ ਸੇਵਾਦਾਰ ਕਿੱਧਰ ਗਏ? ਇੱਕ ਸਿੱਖ ਆਇਆ, ਕਹਿੰਦੇ ਮਹਾਰਾਜ ਉਹ ਸਿੱਖ ਤੁਹਾਡੀ ਕਥਾ ਸੁਣਦੇ ਰਹੇ, ਦੇਖੋ ਜਾ ਕੇ। ਉਹਨਾਂ ਨੇ 9 ਮਹੀਨੇ ਧੁਰ ਕੀ ਬਾਣੀ ਸੁਣੀ ਹੈ ਤੁਹਾਡੇ ਤੋਂ। ਕੀ ਦੇਖਦੇ ਨੇ? ਕੋਈ ਕਿਤੇ ਬੈਠਾ ਹੋਇਆ ਹੈ, ਕੋਈ ਕਿਤੇ ਬੈਠਾ ਹੈ, ਕੋਈ 2 ਦਿਨਾਂ ਦਾ ਬੈਠਾ ਹੈ, ਕੋਈ 3 ਦਿਨਾਂ ਦਾ ਬੈਠਾ। ਸਰੀਰ ਦਾ ਪਤਾ ਹੀ ਨਹੀਂ ਕਿੱਥੇ ਹੈ। ਕਿਸੇ ਨੇ ਲੰਗਰ ਛਕਿਆ, ਕਿਸੇ ਨੇ ਨਹੀਂ, ਕੰਮ ਦਾ ਪਤਾ ਹੀ ਨਹੀਂ। ਉਹਨੂੰ ਕਹਿੰਦੇ ਨੇ ਸ਼ਬਦ ਇੰਨਾ ਅੰਦਰ ਗੂੜਾ ਹੋ ਗਿਆ ਕਿ ਦੇਹ ਤੋਂ ਪਾਰ ਜੀਵਨ ਚਲਾ ਗਿਆ, ਦੇਹ ਦੀ ਪਰਵਾਹ ਹੀ ਨਹੀਂ, ਸਰੀਰ ਦਾ ਪਤਾ ਹੀ ਨਹੀਂ ਹੈ। ਸਤਿਗੁਰੂ ਨੇ ਕਿਹਾ ਠੀਕ ਹੈ, ਇਹ ਗੱਲ ਬੜੀ ਵੱਡੀ ਹੈ, ਛੋਟੀ ਨਹੀਂ। ਇਸ ਗੱਲ ਨੂੰ ਲੱਭਣ ਵਾਸਤੇ ਹਜ਼ਾਰਾਂ ਸਾਲ ਲੋਕ ਬਰਫਾਂ ਵਿੱਚ ਖੜੇ ਰਹੇ, ਸਮਾਧੀਆਂ ਲਾਉਂਦੇ ਰਹੇ। ਬੜੀਆਂ ਵੱਡੀਆਂ ਬਰਕਤਾਂ ਪਾਈਆਂ ਨੇ ਕਲਗੀਆਂ ਵਾਲੇ ਨੇ ਸਾਡੀ ਝੋਲੀ ਵਿੱਚ। ਜਿਹੜੀਆਂ ਗੱਲਾਂ ਸਮਾਧੀਆਂ ਵਿੱਚ, ਧੂਣੀਆਂ ਵਿੱਚ, ਜੰਗਲਾਂ ਵਿੱਚ ਨਹੀਂ ਸਨ ਨਾ ਵਾਪਰਦੀਆਂ, ਕੋਈ ਸ਼ਰਧਾ ਕਰਕੇ ਆਏ ਗੁਰੂ ਗ੍ਰੰਥ ਸਾਹਿਬ ਦੇ ਕੋਲ, ਬਾਣੀ ਵਰਤਾ ਕੇ ਰੱਖ ਦੇਗੀ ਸਭ ਕੁਝ। ਇਹ ਵੱਖਰੀ ਗੱਲ ਹੈ। ਇਹ ਬੰਦੇ ਦੀ ਨੀਅਤ ਦੇ ਉੱਤੇ ਆਧਾਰਿਤ ਹੈ। ਵੇਖਿਆ ਸਿੱਖ ਬਦੇ ਮੁਕਤ ਹੋ ਗਏ ਨੇ, ਦੇਹ ਦੇ ਦੁੱਖਾਂ ਤੋਂ ਪਾਰ ਚਲੇ ਗਏ ਨੇ। ਸਰੀਰ ਨੂੰ ਠੰਡ ਲੱਗੇ, ਗਰਮੀ ਲੱਗੇ, ਭੁੱਖ ਲੱਗੇ, ਪਿਆਸ ਲੱਗੇ, ਕੋਈ ਪਰਵਾਹ ਨਹੀਂ।
ਫਿਰ ਇਸ ਤਰ੍ਹਾਂ ਦਾ ਜਿਹੜਾ ਸਰੀਰ ਹੁੰਦਾ ਹੈ, ਜੇ ਉਹਦੇ ਉੱਤੇ ਇੱਕ ਹੋਰ ਸਾਂਭਣ ਵਾਲਾ ਨਾ ਹੋਵੇ ਤੇ ਬਹੁਤਾ ਚਿਰ ਨਹੀਂ ਕੱਢੇਗਾ, ਕਿਉਂਕਿ ਸਰੀਰ ਦਾ ਪਤਾ ਹੀ ਨਹੀਂ ਹੈ। ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਨਹੀਂ, ਮੈਂ ਸਿੱਖ ਨੂੰ ਜੀਵਨ ਮੁਕਤ ਵੀ ਕਰਨਾ ਹੈ ਤੇ ਜੀਵਨ ਦੇ ਨਾਲ ਜੋੜ ਕੇ ਵੀ ਰੱਖਣਾ ਹੈ। ਮੈਂ ਸਿੱਖ ਨੂੰ ਉਧਰਲਾ ਰਸ ਵੀ ਪਿਆਣਾ ਹੈ ਤੇ ਮੈਂ ਸਿੱਖ ਨੂੰ ਕਰਮਸ਼ੀਲ ਵੀ ਰੱਖਣਾ ਹੈ, ਵੀ ਕੰਮ ਵੀ ਕਰੇ। ਇਸ ਤਰ੍ਹਾਂ ਦਾ ਸਿੱਖ ਬਣਾਇਆ। ਫਿਰ ਸਤਿਗੁਰੂ ਨੇ ਕੀਤੇ ਇਕੱਠੇ, ਕਿਰਪਾ ਕੀਤੀ, ਦ੍ਰਿਸ਼ਟੀ ਪਾ ਕੇ ਉਹਨਾਂ ਨੂੰ ਬਾਹਰਮੁਖੀ ਕੀਤਾ। ਦ੍ਰਿਸ਼ਟੀ ਪਾਈ, ਇਹ ਗੁਰੂ ਹੀ ਕਰ ਸਕਦਾ, ਹੋਰ ਕਿਸੇ ਦੇ ਵੱਸ ਦੀ ਗੱਲ। ਜੋੜ ਵੀ ਗੁਰੂ ਸਕਦਾ ਹੈ ਤੇ ਉਹਦੇ ਉੱਤੇ ਕੰਟਰੋਲ ਵੀ ਗੁਰੂ ਹੀ ਕਰ ਸਕਦਾ ਹੈ। ਜੇ ਕੁਝ ਵੀ ਹੋਵੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਸੰਗਤ ਕਰੋ ਗੁਰਮੁਖਾਂ ਦੀ, ਗੱਲਾਂ ਦੋ ਹੀ ਨੇ ਸਿਰਫ। ਤਾਂ ਸਤਿਗੁਰਾਂ ਨੇ ਕਈਆਂ ਨੂੰ ਤੇ ਕੀਤਾ, ਉਹਨਾਂ ਦੇ ਵਿੱਚ ਹੀ ਸੀ ਮਾਈ ਭਾਗੋ, ਮਾਤਾ ਭਾਗੋ ਜਿਨ੍ਹਾਂ ਨੂੰ ਕਹਿੰਦੇ ਨੇ, ਜਿਹੜੇ ਮੁਕਤਸਰ ਦੀ ਜੰਗ ਦੇ ਵਿੱਚ ਸਨ। ਉਹਨਾਂ ਦੀ ਅਵਸਥਾ ਪੜ੍ਹੀ ਹੋਵੇ ਕਿਸੇ ਨੇ ਜੀਵਨ ਮਾਤਾ ਭਾਗੋ ਦਾ ਕਿਵੇਂ ਦਾ ਸੀ। ਉਹ ਜਿਹੜੇ 40-42 ਸਰੀਰ ਸਨ, ਉਹ ਸਾਰੇ ਨਹੀਂ ਸਨ ਪਰਤ ਕੇ ਬਾਹਰ ਮੁਖੀ ਹੋਏ, ਸਾਰੇ ਨਹੀਂ ਸਨ ਕੰਮ ਕਰਦੇ, ਥੋੜ੍ਹੇ ਜਿਹੇ ਬਣਾਏ ਮਸਾਂ ਗੁਰੂ ਸਾਹਿਬ ਨੇ, ਬਾਕੀ ਤੇ ਮਸਤੀ ਰਹੇ। ਬਾਕੀਆਂ ਨੇ ਤੇ ਵੇਖ ਕੇ ਹੱਸ ਦਿੱਤਾ ਵੀ ਕੌਣ ਹੋ ਤੁਸੀਂ, ਦੱਸੋ, ਛੱਡੋ ਪਰਾਂ, ਕੀ ਕਰਨਾ ਕੰਮ, ਬਸ ਠੀਕ ਹੈ। ਇਸ ਅਵਸਥਾ ਨੂੰ ਕਲਗੀਆਂ ਵਾਲੇ ਨੇ ਆਪ ਵੀ ਮਾਣਿਆ ਸੀ। ਉਹਨਾਂ ਨੇ ਆਪ ਲਿਖਿਆ, ਕਹਿਣ ਲੱਗੇ, ਇਹ ਵਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹਵੈ ਗਇਓ। ਫਿਰ ਬਚਨ ਕੀਤਾ, ਕਹਿੰਦੇ ਰੱਬ ਨੇ ਕਿਹਾ ਜਾਓ ਦੁਨੀਆ ਵਿੱਚ, ਮੈਂ ਜਵਾਬ ਦੇ ਦਿੱਤਾ। ਤੇ ਬਚਨ ਕੀਤੇ, ਕਹਿਣ ਲੱਗੇ, ਚਿਤ ਨਾ ਭਇਓ ਹਮਰੋ, ਆਵਣ ਕਹਿ ਚੁਬੀ ਰਹੇ ਸੁਰਤ ਪ੍ਰਭ ਚਰਨਨ ਮੈਂ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਅਨੁਮਾਨ। ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ। ਉਹ ਕਹਿੰਦੇ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਦਸ਼ਾ ਬਣ ਗਈ, ਕਿਰਪਾ ਹੋ ਗਈ। ਥੋੜ੍ਹੇ ਜਿਹੇ ਸਰੀਰ ਕਲਗੀਆਂ ਵਾਲੇ ਨੇ ਫਿਰ ਕੰਮ ਕਰਨ ਵਾਲੇ ਬਣਾਏ। ਉਹਨਾਂ ਵਿੱਚ ਬਾਬਾ ਦੀਪ ਸਿੰਘ, ਉਹਨਾਂ ਵਿੱਚ ਭਾਈ ਮਣੀ ਸਿੰਘ। ਐਵੇਂ ਨਹੀਂ ਬੰਦ ਕੱਟੇ ਗਏ, ਗੱਲਾਂ ਕਹਿਣ ਦੀਆਂ ਨੇ ਸਾਰੀਆਂ। ਅੱਜ ਤੇ ਸਿੱਖੀ ਜਿਵੇਂ ਦੀ ਹੈ ਉਵੇਂ ਦੀ ਸਾਨੂੰ ਪਤਾ ਹੀ ਹੈ। ਅੱਜ ਤੇ ਸਿੱਖੀ ਦੀ ਵਿਆਖਿਆ ਵੋਟਾਂ ਦੀ ਵਿਆਖਿਆ ਹੀ ਬਣ ਗਈ ਬਸ। ਸਿੱਖੀ ਦੇ ਹੋਰ ਇਹ ਸਿੱਖ ਐਵੇਂ ਨਹੀਂ ਬੰਦ ਕਟਾ ਗਏ। ਐਵੇਂ ਨਹੀਂ ਬਾਬੇ ਦੀਪ ਸਿੰਘ ਨੇ ਖੰਡੇ ਦੇ ਵਾਰ ਤੋਂ ਬਾਅਦ ਵੀ ਕੰਮ ਕੀਤਾ, ਇਸ ਤਰ੍ਹਾਂ ਨਹੀਂ ਹੋਇਆ। ਸਿਰੇ ਤੇ ਜਾ ਕੇ ਮੁੜੇ ਸਨ ਵਾਪਸ। ਮਾਈ ਭਾਗੋ ਦਾ ਜੀਵਨ ਇਤਿਹਾਸ ਕਹਿੰਦਾ ਹੈ ਵੀ ਉਹਨਾਂ ਦੀ ਵੀ ਸੁੱਧ ਬੁੱਧ ਘਟ ਗਈ ਸੀ। ਹਜ਼ੂਰ ਸਾਹਿਬ ਤੱਕ ਜਾਂਦਿਆਂ ਇੰਨਾ ਧਿਆਨ ਅੰਤਰੀਵ ਹੋ ਗਿਆ, ਅੰਤਰਮੁਖੀ ਜੀਵਨ ਜੁੜਨ ਲੱਗ ਪਿਆ। ਕਈ ਵਾਰੀ ਤੇ ਉਹਨਾਂ ਨੂੰ ਵਸਤਰਾਂ ਦੀ ਵੀ ਪਰਵਾਹ ਨਹੀਂ ਸੀ। ਇਸ ਤਰ੍ਹਾਂ ਵੀ ਹੋਇਆ ਕਿਤੇ ਕਿਤੇ ਵਸਤਰਾਂ ਦਾ ਖਿਆਲ ਹੀ ਨਹੀਂ ਰਿਹਾ। ਫਿਰ ਸਤਿਗੁਰਾਂ ਨੇ ਇੱਕ ਦਿਨ ਬਚਨ ਕੀਤਾ, ਕਹਿਣ ਲੱਗੇ, ਇਸ ਤਰ੍ਹਾਂ ਨਹੀਂ, ਅਸੀਂ ਮਰਿਆਦਾ ਵਿੱਚ ਰਹਿਣਾ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਬਾਣੀ ਅੱਜ ਵੀ ਉਹੀ ਹੈ।